सत श्री अकाल जी। गुड इवनिंग टू ऑल रिस्पेक्टेड ग्रुप मैंबर्स, EAG ग्रुप मैंबर्स, पोलस्टार ग्रुप मैंबर्स। ਅੱਜ ਕਾਫੀ ਟਾਈਮ ਬਾਅਦ ਆਪਾਂ ਸਾਰੇ ਫਿਰ ਇੱਕ ਪਲੇਟਫਾਰਮ ਦੇ ਉੱਤੇ ਆਪਾਂ ਇਕੱਠੇ ਹੋਏ ਆ। ਬਹੁਤ ਸਾਰੀਆਂ ਉਲਝਣਾਂ ਲੈ ਕੇ, ਕੁਐਸਚਨ ਲੈ ਕੇ ਆਪਾਂ ਸਾਰੇ ਅੱਜ ਫਿਰ ਇਕੱਠੇ ਹੋਏ ਆ। ਤਾਂ ਮੈਂ ਬੇਨਤੀ ਕਰੂੰਗਾ ਮੈਂਬਰ ਸਾਹਿਬਾਨ, 1 ਮਿੰਟ ਆਪਾਂ ਹੋਰ ਵੇਟ ਕਰਦੇ ਹਾਂ। ਸਾਰੇ ਟਾਈਮਲੀ ਜੁਆਇਨ ਕਰ ਲਿਆ ਕਰੋ। ਔਰ ਮੈਂਬਰ ਸਾਹਿਬਾਨ ਨੂੰ ਮੈਂ ਪਹਿਲਾਂ ਬੇਨਤੀ ਕਰਦਾ ਮੀਟਿੰਗ ਸਟਾਰਟ ਕਰਨ ਤੋਂ ਪਹਿਲਾਂ ਕਿ ਪੈਨ ਐਂਡ ਪੇਪਰ ਤੁਸੀਂ ਕੋਲ ਰੱਖ ਲਓ, ਕਿਉਂਕਿ ਜੋ ਚੀਜ਼ਾਂ ਤੁਹਾਨੂੰ ਦੱਸਣੀਆਂ ਨੇ ਉਹ ਤੁਸੀਂ ਨਾਲ ਦੀ ਨਾਲ ਨੋਟ ਡਾਊਨ ਕਰ ਲਿਓ। ਕਿਉਂਕਿ ਜਿਸ ਵਿਸ਼ੇ ਦੇ ਉੱਤੇ ਆਪਾਂ ਅੱਜ ਗੱਲ ਕਰਨੀ ਆ ਉਹ ਵਿਸ਼ਾ ਬਹੁਤ ਗੰਭੀਰ ਵਿਸ਼ਾ ਆ, ਅਕੈਡਮਿਕਸ ਨੂੰ ਲੈ ਕੇ ਵਿਸ਼ਾ ਆ। ਤਾਂ ਆਪਾਂ ਨੂੰ ਸਾਰਿਆਂ ਨੂੰ ਬਹੁਤ ਸਾਰੇ ਸਵਾਲ ਨੇ। ਅੱਜ ਆਪਣੇ ਸਾਰੇ ਸਵਾਲ ਕਲੀਅਰ ਹੋ ਜਾਣੇ ਨੇ। ਤੁਸੀਂ ਪੈਨ ਐਂਡ ਪੇਪਰ ਰੱਖੋਗੇ, ਨਾਲ ਦੀ ਨਾਲ ਨੋਟ ਡਾਊਨ ਕਰੋਗੇ, ਤਾਂ ਕਿ ਬਾਅਦ ਵਿੱਚ ਕਿਸੇ ਦਾ ਕੋਈ ਕੁਐਸਚਨ ਨਾ ਰਹਿ ਜਾਵੇ। ਕਿਸੇ ਹੋਰ ਅਗਰ ਤੁਹਾਨੂੰ ਚੱਲਦੀ ਮੀਟਿੰਗ 'ਚ ਕੋਈ ਕੁਐਸਚਨ ਯਾਦ ਆਉਂਦਾ ਆ ਜਾਂ ਤੁਹਾਨੂੰ ਲੱਗਦਾ ਕਿ ਇਹ ਚੀਜ਼ ਪੁੱਛਣੀ ਹੈ, ਤਾਂ ਤੁਸੀਂ ਚੈਟ ਬਾਕਸ ਓਪਨ ਹੈ, ਜ਼ੂਮ ਦਾ ਚੈਟ ਬਾਕਸ ਓਪਨ ਹੈ, ਤੁਸੀਂ ਉਹ 'ਚ ਆਪਣਾ ਕੁਐਸਚਨ ਟਾਈਪ ਕਰ ਸਕਦੇ ਹੋ ਤੇ ਸਾਡੀ ਟੀਮ ਦੀ ਪੂਰੀ ਕੋਸ਼ਿਸ਼ ਰਹੇਗੀ ਅਸੀਂ ਤੁਹਾਨੂੰ ਨਾਲ ਦੀ ਨਾਲ ਆਨਸਰ ਕਰ ਦਿਆਂਗੇ। ਸਾਡੇ ਬਹੁਤ ਹੀ ਸਤਿਕਾਰਯੋਗ ਮਦਨ ਲਾਲ ਸੇਠੀ ਜੀ, ਉਹ ਵੀ ਉਹਨਾਂ ਨੇ ਵੀ ਜੁਆਇਨ ਕਰ ਲਿਆ। ਵੈਲਕਮ ਸਰ। ਜੀ ਥੈਂਕ ਯੂ ਸਰ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਰ ਸੇਠੀ ਸਾਹਿਬ, ਅੱਜ ਦਾ ਵਿਸ਼ਾ ਬਹੁਤ ਗੰਭੀਰ ਹੈ। ਮੈਂ ਤੁਹਾਨੂੰ ਦੱਸਿਆ ਸੀ ਪਿਛਲੀ ਮੀਟਿੰਗ ਦੇ ਵਿੱਚ ਅਸੀਂ ਟੌਪਿਕ ਕਿਸੇ ਹੋਰ ਨੂੰ ਲੈ ਕੇ ਮੀਟਿੰਗ ਕੀਤੀ ਸੀ, ਪਰ ਮੈਂਬਰ ਸਾਹਿਬਾਂ ਦੀ ਜਿਹੜੀ ਮੇਨ ਪ੍ਰੋਬਲਮ ਸੀ ਆਪਣੀ ਅਕੈਡਮਿਕਸ ਨੂੰ ਲੈ ਕੇ, ਕਿ ਜਿਹੜਾ ਬੋਰਡ ਨੇ ਚੇਂਜ ਕੀਤਾ ਆ ਪੈਟਰਨ, ਪਲੱਸ ਜਿਹੜਾ ਟਰਮ ਵਾਈਜ਼ ਜੋ ਸਿਲੇਬਸ ਹੈ ਉਹਦੀ ਵੰਡ ਕੀਤੀ ਆ, ਉਹਦੇ ਰਿਗਾਰਡਿੰਗ ਬਹੁਤ ਸਾਰੇ ਸਵਾਲ ਨੇ। ਤੋ ਅੱਜ ਅਸੀਂ ਤੁਹਾਡਾ ਪੂਰਾ 1 ਘੰਟਾ ਲੈਣਾ ਆ ਤੇ ਵੈਲਕਮ ਜੀ। ਮੈਂਬਰ ਸਾਹਿਬਾਨ ਫਟਾਫਟ ਜੁਆਇਨ ਕਰ ਲਿਆ ਕਰੋ, ਟਾਈਮਲੀ ਜੁਆਇਨ ਕਰ ਲਿਆ ਕਰੋ। ਕਈਆਂ ਦੇ ਮੈਸੇਜ ਆ ਰਹੇ ਨੇ, 1 ਮਿੰਟ ਰੁਕ ਜਾਓ, 2 ਮਿੰਟ ਰੁਕ ਜਾਓ। ਬੇਨਤੀ ਆ ਸਾਰੇ ਟਾਈਮਲੀ ਜੁਆਇਨ ਕਰ ਲਿਆ ਕਰੋ। ਜਗਦੇਵ ਜੀ, ਬੇਦੀ ਸਾਹਿਬ ਔਰ ਅਰੁਣ ਜੀ ਜਿਹੜੇ ਨੇ ਇਸ ਵੇਲੇ ਸੁਖਵੀਰ ਬਾਦਲ ਨਾਲ ਬਿਜ਼ੀ ਨੇ ਜੀ। ਅੱਜ ਬੜੀ ਇੰਪੋਰਟੈਂਟ ਉਹਨਾਂ ਦੀ ਮੈਨੀਫੈਸਟੋ ਮੁੱਦੇ ਦੇ ਉੱਪਰ ਜਿਹੜੀ ਸੀਗੀ ਮੀਟਿੰਗ ਹੋ ਰਹੀ ਹੈ। ਜੀ ਉਹਨਾਂ ਦੀਆਂ ਫੋਟੋਆਂ ਵੀ ਆ ਗਈਆਂ ਨੇ WhatsApp ਦੇ ਵਿੱਚ। ਉਹ ਹੁਣ ਇਸ ਵੇਲੇ ਲੰਚ ਕਰ ਰਹੇ ਹੈਗੇ ਆ ਤੇ ਉਹਨਾਂ ਦੀ ਐਬਸੈਂਟ ਤਾਂ ਨਹੀਂ ਹੋਏਗੀ। ਉਹ ਕਹਿੰਦੇ ਅਸੀਂ ਫਟਾਫਟ ਲੰਚ ਕਰਕੇ ਜਿੱਥੇ ਵੀ ਹੈਗੇ ਚੇਅਰ ਲੈ ਕੇ ज्वाइन करेंगे। मेरी गल हो गई है बेदी साहब नाल भी। नमस्कार जी। अमरजीत जी नमस्कार, ठीक हो जी? जी सर। ते उन्हां दी जगह जिहड़ी अमरजीत जी पूरी करनगे जिन्ना चिर नहीं साडे च आउंदे हैं सर जी। जी ਸੇਠੀ ਸਾਹਿਬ, ਪਹਿਲਾ ਸਾਡਾ ਕੁਐਸਚਨ ਹੈ ਕਿ ਸਾਨੂੰ ਸਿਲੇਬਸ ਬਾਰੇ ਤੁਸੀਂ ਥੋੜਾ ਦੱਸ ਦਿਓ ਕਿ ਸਿਲੇਬਸ ਨੂੰ ਲੈ ਕੇ ਬਹੁਤ ਸਾਰੀਆਂ ਸਾਨੂੰ ਪ੍ਰੋਬਲਮਸ ਨੇ ਵੀ ਸਿਲੇਬਸ ਕਿਹੜਾ ਕਰਵਾਈਏ, ਪਿਛਲਾ ਕਰਵਾਈਏ ਜਿਹੜਾ ਪਿਛਲਾ ਡਿਡਕਟ ਹੋ ਕੇ ਆਇਆ ਸੀ, ਜਾਂ ਪੂਰਾ ਸਿਲੇਬਸ ਕਰਾਈਏ। ਪਹਿਲਾਂ ਤੁਸੀਂ ਸਾਨੂੰ ਸਿਲੇਬਸ ਬਾਰੇ ਪੂਰੀ ਜਾਣਕਾਰੀ ਦੇ ਦਿਓ। ਕਿੰਨੇ ਮੈਂਬਰ ਜੁਆਇਨ ਕਰ ਗਏ ਜਗਦੇਵ ਜੀ? 325 ਮੈਂਬਰ ਨੇ ਜੀ। ਵੈਲਕਮ ਵੈਲਕਮ। ਸਭ ਤੋਂ ਪਹਿਲਾਂ ਜੀ ਸਿਲੇਬਸ ਦੇ ਨਾਲ ਸੰਬੰਧਿਤ ਸਾਰੇ ਮੈਂਬਰ ਜਾਣਦੇ ਨੇ, ਕੁਝ ਦਿਨ ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੀ ਸਾਈਟ ਤੇ ਸਿਲੇਬਸ ਪਾਉਣੇ ਸ਼ੁਰੂ ਕੀਤੇ, ਜਿਹਦੇ ਵਿੱਚ ਉਹਨਾਂ ਨੇ ਸਾਰੇ ਐਗਜ਼ਾਮਸ ਨੂੰ ਜਿਹੜਾ ਹੈ ਪੂਰੇ ਸਿਲੇਬਸ ਨੂੰ 2 ਟਰਨ ਚ ਵੰਡਿਆ। ਉਹ 2 ਟਰਨ ਦੇ ਵਿੱਚ ਪਹਿਲੀ ਟਰਨ ਨੂੰ ਉਹਨਾਂ ਨੇ MCQ ਮਲਟੀ ਚੁਆਇਸ ਕੁਐਸਚਨ ਜਿਹੜੇ ਨੇ ਆਬਜੈਕਟਿਵ ਟਾਈਪ, ਔਰ ਦੂਸਰੀ ਜਿਹੜੀ ਟਰਮ ਹੈ ਉਸ ਨੂੰ ਸਬਜੈਕਟਿਵ ਟਾਈਪ ਡਿਕਲੇਅਰ ਕੀਤਾ ਹੈ। ਲੇਕਿਨ ਸਿਸਟਮ ਕੀ ਹੈ, ਕਿੰਨੇ ਸਿਲੇਬਸ ਦਾ ਜਿਹੜਾ ਹੈ ਸਬਜੈਕਟ ਹੋਏਗਾ, ਕੀ ਰਹਿੰਦੇ ਸਿਲੇਬਸ ਦਾ ਹੋਏਗਾ ਜਾਂ ਸਾਰੇ ਦਾ ਹੋਏਗਾ, ਇਹ ਅਜੇ ਕਲੀਅਰ ਨਹੀਂ। ਬੜੇ ਅਫਸੋਸ ਦੀ ਗੱਲ ਹੈ ਜਿੱਥੋਂ ਤੱਕ ਪੰਜਾਬ ਸਕੂਲ ਬੋਰਡ ਦੀ ਗੱਲ ਹੈ। ਬੋਰਡ ਬੇਸ਼ੱਕ ਸਾਡਾ ਹੀ ਹੈ, ਪਰ ਬੜੀਆਂ ਤਕਲੀਫਾਂ ਜਿਹੜੀਆਂ ਨੇ ਸਾਨੂੰ ਉਹਨਾਂ ਨਾਲ ਰਹਿੰਦੇ ਹੋਏ ਸਹਿਣੀਆਂ ਪੈਂਦੀਆਂ ਨੇ। CBSE ਨੇ ਇਹ ਪੈਟਰਨ ਅੱਜ ਤੋਂ 3 ਮਹੀਨੇ ਪਹਿਲਾਂ ਡਿਕਲੇਅਰ ਕੀਤਾ ਸੀ, 3 ਮਹੀਨੇ ਪਹਿਲਾਂ ਹੀ ਸਿਲੇਬਸ ਦਿੱਤਾ ਸੀ। ਅੱਜ ਉਸ ਦੀ ਹਰ ਇੱਕ ਚੀਜ਼ ਜਿਹੜੀ ਹੈ ਉਹ ਅਵੇਲੇਬਲ ਹੈ ਬਾਜ਼ਾਰ ਦੇ ਵਿੱਚ। 1 ਨਹੀਂ 2 ਨਹੀਂ 10 ਪਬਲਿਸ਼ਰਾਂ ਦਾ ਜਿਹੜਾ ਮਟੀਰੀਅਲ ਹੈ ਉਹ ਅਵੇਲੇਬਲ ਹੈ, ਕਿਉਂਕਿ ਰਾਈਟ ਇਨ ਟਾਈਮ ਜਿਹੜਾ ਸੀਗਾ ਬੋਰਡ ਨੇ CBSE ਨੇ ਸਿਲੇਬਸ ਦਿੱਤਾ ਸੀ,
ਸਟਾਈਲ ਦਿੱਤਾ ਸੀ। ਅਜੇ ਤੱਕ ਪੇਪਰਾਂ ਦੀ ਡੇਟ ਸ਼ੀਟ ਕਲੀਅਰ ਕਰਨ ਦੀ ਤਿਆਰੀ ਹੋਈ ਬੈਠੀ ਹੈ, ਫੀਸਾਂ ਮੰਗਵਾਈਆਂ ਜਾ ਰਹੀਆਂ ਨੇ। ਸੈਂਟਰ ਦਾ ਕੀ ਸਿਸਟਮ ਹੋਏਗਾ, ਐਗਜ਼ਾਮ ਕਿਵੇਂ ਹੋਣਗੇ, ਪੇਪਰ ਜਿਹੜੇ ਹੈ ਬੋਰਡ ਪ੍ਰੋਵਾਈਡ ਕਰੇਗਾ, ਪੇਪਰ ਮਾਰਕਿੰਗ ਕੌਣ ਕਰੇਗਾ, ਇਹ ਗੱਲਾਂ ਤਾਂ ਹਜੇ ਅਧੂਰੀਆਂ ਹੈਗੀਆਂ। ਉਸ ਤੋਂ ਪਹਿਲਾਂ ਸਾਡੇ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਅਸੀਂ ਕਰਨਾ ਕੀ ਹੈ। ਪੰਜਾਬ ਭਰ ਦੇ ਪ੍ਰਿੰਸੀਪਲਸ ਨੂੰ, ਸਕੂਲ ਹੈਡਸ ਨੂੰ, ਕਿਸੇ ਨੂੰ ਨਹੀਂ ਪਤਾ ਕਿ ਅਸੀਂ ਆਪਣੇ ਵਿਸ਼ੇ ਦੀ ਤਿਆਰੀ ਜਿਹੜੀ ਹੈ ਉਹ ਕਿਵੇਂ ਕਰੋਗੇ। ਸਿਰਫ ਪੰਜਾਬੀ ਇਲੈਕਟਿਵ ਜਨਰਲ 12ਵੀਂ ਦੇ ਕੁਝ ਵਿਸ਼ੇ ਔਰ 10ਵੀਂ ਦੇ ਕਿਸੇ ਵਿਸ਼ੇ ਦਾ ਜਿਹੜਾ ਹੈ ਪੈਟਰਨ ਜਿਹੜਾ ਹੈ ਪੇਪਰ ਦਾ, ਇਹ ਨਹੀਂ ਪਤਾ ਕਿ ਉਹਦਾ ਸਟਾਈਲ ਕੀ ਹੋਏਗਾ। 5ਵੀਂ ਦੀ ਹਿੰਦੀ ਦਾ ਜਿਹੜਾ ਹੈ ਸੈਕੰਡ ਲੈਂਗੁਏਜ ਦਾ ਉਹਨਾਂ ਨੇ ਪੈਟਰਨ ਪਾਇਆ ਹੈ, ਔਰ ਇਸ ਤੋਂ ਬਿਨਾਂ ਕਿਸੇ ਵੀ ਸਿਲੇਬਸ ਸਬਜੈਕਟ ਦਾ ਜਿਹੜਾ ਪੈਟਰਨ ਨਹੀਂ ਹੈ। ਬਟ ਇੱਕ ਗੱਲ ਕਲੀਅਰ ਹੈਗੀ ਹੈ ਕਿ ਸਾਰੇ ਦੇ ਸਾਰੇ ਪੇਪਰ ਜਿਹੜੇ ਨੇ ਉਹ ਆਪਣੇ MCQ ਆਬਜੈਕਟਿਵ ਟਾਈਪ ਹੋਣਗੇ। ਮੇਨ ਸਬਜੈਕਟਾਂ ਦੇ ਵਿੱਚ ਸਾਰਿਆਂ 'ਚ 40-40 ਅੰਕ ਦੇ ਪ੍ਰਸ਼ਨ ਆਉਣਗੇ, ਇੱਕ ਨੰਬਰ ਦੇ 40 ਕੁਐਸਚਨ ਹੋਣਗੇ। ਪੰਜਾਬੀ ਦੇ ਵਿੱਚ ਆਈ ਥਿੰਕ 30 ਨੇ। 5ਵੀਂ ਦੇ ਜਿਹੜੇ ਨੇ ਉਹ 20 ਸਵਾਲ ਹੋਣਗੇ, ਉਹ 2-2 ਅੰਕਾਂ ਦੇ ਹੋਣਗੇ। ਔਰ ਵੰਡ ਜਿਹੜੀ ਸਿਲੇਬਸ ਦੀ ਹੈ ਉਹ ਡੈਟ ਦੇ ਉਹਨਾਂ ਨੇ ਪਾ ਦਿੱਤੀ ਹੈ। ਕਿੰਨੇ ਚੈਪਟਰ ਹੋਣਗੇ, ਕਿਸ ਸਬਜੈਕਟ ਦੇ, ਉਹ ਬਕਾਇਦਾ ਜਿਹੜਾ ਹੈਗਾ ਉਹ ਉਹਨਾਂ ਨੇ ਮੈਂਸ਼ਨ ਕਰ ਦਿੱਤਾ ਹੈ। ਐਸੇ, ਲੈਟਰ, ਸਟੋਰੀਜ਼, ਗ੍ਰਾਮਰ, ਉਹਨੂੰ ਵੀ ਵੰਡ ਦਿੱਤਾ ਹੈ। ਜਿਸ ਤਰ੍ਹਾਂ ਇਹ 5th ਕਲਾਸ ਦੀ ਮੈਂ ਤੁਹਾਨੂੰ ਪੰਜਾਬੀ ਦਿਖਾ ਰਿਹਾ ਵਾਂ, ਤਾਂ ਇਹਦੇ ਵਿੱਚ ਇਹ ਜਿਹੜਾ ਪੈਟਰਨ ਹੈਗਾ ਇਹ ਤੁਹਾਨੂੰ ਬੋਰਡ ਦੀ ਸਾਈਟ ਤੇ ਅਵੇਲੇਬਲ ਹੈਗਾ। ਤੁਸੀਂ ਬੋਰਡ ਦੀ ਸਾਈਟ ਖੋਲੋ, ਉਹਦੇ 'ਚ ਸਿਲੇਬਸ ਐਂਡ ਪੈਟਰਨ ਅੱਡੋ-ਅੱਡ 2 ਕਾਲਮ ਨੇ। ਉਹਨਾਂ ਦਾ ਲਿੰਕ ਵੀ ਜਗਦੇਵ ਜੀ ਨੇ ਸ਼ੇਅਰ ਕੀਤਾ ਸੀਗਾ। ਸੋ ਉਹਦੇ 'ਚੋਂ ਤੁਸੀਂ ਬੜੇ ਆਰਾਮ ਨਾਲ ਆਪਣਾ ਸਿਲੇਬਸ ਕੱਢ ਲਓਗੇ ਔਰ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਅਸੀਂ ਕਿੰਨੇ ਸਬਜੈਕਟ ਦੀ ਤਿਆਰੀ ਕਰਾਉਣੀ ਹੈ। ਹੁਣ ਸਿਲੇਬਸ ਜਿਹੜਾ ਹੈ ਉਹ ਕੀ ਹੁੰਦਾ ਹੈ? ਸਿਲੇਬਸ ਦਾ ਸਹੀ ਜਿਹੜੀ ਡੈਫੀਨੇਸ਼ਨ ਹੈ, ਕੀ ਹੈ, ਕੀ ਕਰਨਾ ਹੈ, ਕਿੰਨਾ ਕਰਨਾ ਹੈ, ਕਿੰਨੇ ਸਮੇਂ ਵਿੱਚ ਕਰਨਾ ਹੈ, ਇਹ ਸਿਲੇਬਸ ਦੀ ਪਰਿਭਾਸ਼ਾ ਹੁੰਦੀ ਹੈ। ਪਰ ਸਾਡੇ ਕੋਲੇ ਸਮਾਂ ਜਿਹੜਾ ਵਾ ਬੋਰਡ ਦੇ ਮੁਤਾਬਕ, ਅਖਬਾਰਾਂ ਦੀ ਨਿਊਜ਼ ਦੇ ਮੁਤਾਬਕ ਸਮਾਂ ਜਿਹੜਾ ਸਾਡੇ ਕੋਲੇ ਮਹੀਨੇ ਤੋਂ ਵੀ ਘੱਟ ਹੈ। ਪਰ ਅਸੀਂ ਕੀ ਕਰਨਾ ਹੈ ਸਾਨੂੰ ਪਤਾ ਨਹੀਂ, ਕਿੰਨਾ ਕਰਨਾ ਹੈ ਸਾਨੂੰ ਪਤਾ ਨਹੀਂ, ਕਿਵੇਂ ਕਰਨਾ ਹੈ ਸਾਨੂੰ ਪਤਾ ਨਹੀਂ। ਜੋ ਬੋਰਡ ਨੇ ਸਾਨੂੰ ਪ੍ਰੋਵਾਈਡ ਕੀਤਾ, ਜਿੰਨੇ ਸਬਜੈਕਟਾਂ ਦਾ ਸਾਨੂੰ ਮੈਟੀਰੀਅਲ ਮਿਲਿਆ ਹੈ, ਉਹਦੇ ਆਧਾਰ ਤੇ ਅਸੀਂ ਜੋ ਰਿਪੋਰਟ ਤਿਆਰ ਕੀਤੀ ਹੈ ਉਹ ਆਪਾਂ ਅੱਜ ਸਾਰਿਆਂ ਨਾਲ ਸ਼ੇਅਰ ਕਰਨੀ ਹੈ। ਸਭ ਤੋਂ ਪਹਿਲਾਂ ਆਪ ਜੀ ਨੇ ਸਿਲੇਬਸ ਸੰਬੰਧੀ ਜਾਣਕਾਰੀ ਮੰਗੀ ਹੈ, ਤਾਂ ਸਿਲੇਬਸ ਸੰਬੰਧੀ ਸਾਰੇ ਸੱਜਣਾਂ ਨੂੰ ਬੇਨਤੀ ਹੈ ਕਿ ਬੋਰਡ ਦੀ ਸਾਈਟ ਤੇ ਜਾ ਕੇ ਪ੍ਰਿੰਟ ਆਊਟ ਕੱਢ ਲਓ, 1 ਪੇਜ ਜਾਂ 2 ਪੇਜ। ਹਾਰਡਲੀ ਕਿਸੇ ਸਬਜੈਕਟ ਦੇ 3 ਪੇਜ ਹੋਣਗੇ। ਪ੍ਰਿੰਟ ਆਊਟ ਕੱਢ ਕੇ ਆਪਣੇ ਟੀਚਰਸ ਨੂੰ ਦੇ ਦਿਓ ਤਾਂ ਕਿ ਟੀਚਰਸ ਨੂੰ ਇਹ ਪਤਾ ਲੱਗ ਜੇ। ਹੋ ਸਕਦਾ ਤੁਸੀਂ ਆਪਣੀ ਸਪੀਡ ਨਾਲ ਚੱਲਦੇ ਹੋਏ ਤੁਹਾਡੇ ਲੈਸਨ ਜਿਹੜੇ ਨੇ ਦਸੰਬਰ ਦੇ ਵਿੱਚ ਜਾਂ ਨਵੰਬਰ ਐਂਡ ਦੇ ਵਿੱਚ ਤੁਹਾਨੂੰ 6 ਲੈਸਨ ਕਰਨੇ ਹੋਣ ਤੇ ਤੁਸੀਂ 8 ਕਰਾਈ ਬੈਠੇ ਹੋ, ਤਾਂ ਇਟ ਇਜ਼ ਗੁੱਡ। ਉਹ ਤੁਹਾਡੇ 2 ਗਾਹਾਂ ਅੱਗੇ ਕੰਮ ਆਉਣਗੇ। ਪਰ ਹੁਣ ਜਿੰਨਾ ਦਾ ਸਮਾਂ ਰਹਿ ਗਿਆ ਉਹ ਦੋਨਾਂ ਨੂੰ ਛੱਡ ਦਿਓ। ਇਹ ਵੀ ਹੋ ਸਕਦਾ ਹੈ ਕਿ ਜਿਸ ਦਾ ਪੇਪਰ ਉਹਨਾਂ ਨੇ ਹੁਣ ਲੈਣਾ ਹੈ ਉਹ ਹਜੇ ਆਪਾਂ ਨਾ ਕਰਵਾਇਆ ਹੋਵੇ, ਉਸ ਨੂੰ ਕਰਵਾਓ। ਯਾਨੀ ਕਿ ਜੋ ਸਿਲੇਬਸ ਬੋਰਡ ਦੀ ਸਾਈਟ ਤੇ ਆਇਆ ਹੈ, ਉਹ ਚੈਪਟਰ, ਉਹ ਪੋਰਸ਼ਨ ਗ੍ਰਾਮਰ ਦਾ, ਉਹ ਐਕਸਰਸਾਈਜ਼ ਮੈਥ ਦੀਆਂ, ਉਹ ਚੈਪਟਰ ਸਾਇੰਸ ਦੇ, ਉਹਨਾਂ ਨੂੰ ਚੁੱਕ ਲਿਆ ਜਾਵੇ ਤੇ ਉਹਨਾਂ ਦੀ ਤਿਆਰੀ ਕਰਾਉਣੀ ਸ਼ੁਰੂ ਕੀਤੀ ਜਾਵੇ। ਸਾਰੇ ਸਬਜੈਕਟਾਂ ਦਾ ਸਿਲੇਬਸ ਆ ਚੁੱਕਾ ਹੈ। ਕਿਸ ਸਿਲੇਬਸ ਚੋਂ ਕਿੰਨੇ ਨੰਬਰ ਦੇ ਕਿੰਨੇ ਅੰਕ ਹਨ, ਇਹ ਵੀ ਆ ਚੁੱਕਾ ਹੈ। ਇਹ ਸਾਰਾ ਕੁਝ ਅਵੇਲੇਬਲ ਹੈ। ਲੇਕਿਨ ਪੇਪਰ ਦਾ ਸਟਾਈਲ ਕੀ ਹੋਏਗਾ, ਸੈਂਪਲ ਪੇਪਰ ਕੀ ਹੋਏਗਾ, ਉਹ ਬੋਰਡ ਨੇ ਹਜੇ ਨਹੀਂ ਦਿੱਤਾ। ਇਹ ਸਿਲੇਬਸ ਨਾਲ ਸੰਬੰਧਿਤ ਜਾਣਕਾਰੀ ਹੈ। ਜਗਦੇਵ ਜੀ, ਅੱਗੇ ਤੁਹਾਡਾ ਪ੍ਰਸ਼ਨ ਕੀ ਹੈ? ਸਰ, ਹਜੇ ਕੁਝ ਇਦਾਂ ਦੇ ਵਿਸ਼ੇ ਨੇ ਜਿਨ੍ਹਾਂ ਦਾ ਸਿਲੇਬਸ ਨਹੀਂ ਆਇਆ, ਤੁਸੀਂ ਉਹਨਾਂ ਬਾਰੇ ਵੀ ਥੋੜਾ ਜਾਣਕਾਰੀ ਦੇ ਦਿਓ ਤੇ ਉਹ ਸਿਲੇਬਸ ਕਦੋਂ ਮਿਲੇਗਾ ਤੇ ਉਹਦੀ ਤਿਆਰੀ ਅਸੀਂ ਕਿਸ ਤਰ੍ਹਾਂ ਕਰਾਈਏ, ਉਹਦੇ ਬਾਰੇ ਥੋੜਾ ਜਾਣਕਾਰੀ ਦੇ ਦਿਓ। ਬੜਾ ਇੰਪੋਰਟੈਂਟ ਕੁਐਸਚਨ ਹੈ ਜੀ। ਬਿਲਕੁਲ ਸਹੀ ਗੱਲ ਹੈ। ਪੰਜਾਬੀ ਦੂਜੀ ਭਾਸ਼ਾ 8ਵੀਂ, ਪੰਜਾਬੀ ਦੂਜੀ ਭਾਸ਼ਾ 5ਵੀਂ, ਇਹ ਦੋਨਾਂ ਵਿਸ਼ਿਆਂ ਦਾ ਸਿਲੇਬਸ ਅਜੇ ਤੱਕ ਨਹੀਂ ਪਾਇਆ ਗਿਆ। ਔਰ ਜੋ ਪੈਟਰਨ ਅੱਜ ਅਸੀਂ ਡਿਸਕਸ ਕਰਾਂਗੇ ਰਿਗਾਰਡਿੰਗ ਲੈਂਗੁਏਜਸ, ਉਸੇ ਨੂੰ ਹੀ ਉਸੇ ਪੁਆਇੰਟ ਦੇ ਆਧਾਰ ਤੇ ਤੁਸੀਂ ਉਹਦੀ ਤਿਆਰੀ ਕਰਵਾਉਣੀ ਹੈ ਤੇ ਆਪਣੇ ਆਪ ਆਪਣੇ ਲੈਵਲ ਤੇ 50% ਲੈਸਨ ਕਰ ਲੈਣੇ ਨੇ।
ਜੇ ਤੁਹਾਡੀ ਕਿਤਾਬ ਦੇ 24 ਲੈਸਨ ਨੇ ਤਾਂ 12 ਕਰਾਉਣੇ ਸ਼ੁਰੂ ਕਰ ਦਿਓ। ਜਦ ਤੱਕ ਸਿਲੇਬਸ ਆਏਗਾ ਤਦ ਤੱਕ ਪਤਾ ਲੱਗ ਜਾਏਗਾ ਕਿਹਦਾ ਲੈਸਨ ਵੱਧ ਹੋਏਗਾ ਜਾਂ ਘੱਟ ਹੋਏਗਾ। ਔਰ ਜਿਹੜੀ ਗ੍ਰਾਮਰ ਹੈ ਉਹ ਕਿਵੇਂ ਕਰਨੀ ਹੈ, ਐਸੇ ਲੈਟਰ ਕਿਵੇਂ ਕਰਨੇ ਨੇ, ਕੁਐਸਚਨ ਜਿਹੜੇ ਨੇ ਉਹ ਟੈਕਸਚੁਅਲ ਕੁਐਸਚਨਾਂ ਦੀ ਅਸੀਂ ਤਿਆਰੀ ਕਿਵੇਂ ਕਰਨੀ ਹੈ, ਉਹ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ। ਸੋ ਇਹ 2 ਵਿਸ਼ੇ ਜਿਨ੍ਹਾਂ ਦਾ ਸਿਲੇਬਸ ਅਜੇ ਤੱਕ ਬੋਰਡ ਨੇ ਨਹੀਂ ਪਾਇਆ। ਸੋ ਬਹੁਤ ਸਾਰੇ ਕਾਲਸ ਆਉਂਦੀਆਂ ਨੇ, ਸੋ ਸਾਰੇ ਸੱਜਣ ਨੋਟ ਕਰ ਲੈਣ। ਅਜੇ ਪੰਜਾਬੀ ਦੂਜੀ ਭਾਸ਼ਾ 8ਵੀਂ ਔਰ ਪੰਜਾਬੀ ਦੂਜੀ ਭਾਸ਼ਾ 5ਵੀਂ ਦਾ ਸਿਲੇਬਸ ਜਿਹੜਾ ਬੋਰਡ ਨੇ ਨਹੀਂ ਪਾਇਆ। ਬਹੁਤ ਬਹੁਤ ਧੰਨਵਾਦ ਸਿਟੀ ਸਰ, ਤੁਸੀਂ ਇਹ ਸਾਡੀ ਥੋੜੀ ਚਿੰਤਾ ਜਿਹੜਾ ਸਿਲੇਬਸ ਨਹੀਂ ਆਇਆ ਉਹਦੇ ਰਿਗਾਰਡਿੰਗ ਤੁਸੀਂ ਉਤਾਰ ਦਿੱਤੀ ਹੈ। ਅਗਲਾ ਕੁਐਸਚਨ ਹੈ ਜੀ ਸਾਡਾ ਕਿ ਜਿਵੇਂ ਕਹਿ ਰਹੇ ਹਾਂ ਕਿ ਫਸਟ ਟਰਮ ਜਿਹੜਾ ਹੈਗਾ ਉਹ MCQs ਬੇਸਡ ਜਿਹੜੇ ਕੁਐਸਚਨ ਆਉਣੇ ਨੇ, ਇਹ ਸੁਣਨ ਚ ਆਇਆ ਵੀ ਜ਼ਰੂਰੀ ਨਹੀਂ ਵੀ ਇਕੱਲਾ MCQs ਹੀ ਆਉਣਗੇ, ਹੋਰ ਬਹੁਤ ਤਰ੍ਹਾਂ ਦਾ ਬੋਰਡ ਜਿਹੜਾ ਪੈਟਰਨ ਆ ਉਹ ਉਹਦੇ ਵਿੱਚ ਫਿਕਸ ਕੀਤਾ ਆ ਕੁਐਸਚਨ ਪੇਪਰ ਦੇ ਪੈਟਰਨ ਦੇ ਵਿੱਚ। ਉਹਦੇ ਬਾਰੇ ਥੋੜਾ ਤੁਸੀਂ ਵਿਸਥਾਰ ਨਾਲ ਸਾਨੂੰ ਜਾਣਕਾਰੀ ਦੇ ਦਿਓ ਤਾਂ ਕਿ ਅਸੀਂ ਉਸ ਹਿਸਾਬ ਨਾਲ ਫਿਰ ਬੱਚਿਆਂ ਨੂੰ ਤਿਆਰੀ ਕਰਾਉਣੀ ਸ਼ੁਰੂ ਕਰੀਏ। ਜੀ ਸਰ, ਬਿਲਕੁਲ ਸਹੀ ਤੁਹਾਡਾ ਕੁਐਸਚਨ ਹੈ ਜੀ। ਇਹੀ ਅੱਜ ਦੀ ਮੀਟਿੰਗ ਦਾ ਆਪਣਾ ਮੁੱਦਾ ਹੈ ਕਿ ਸਾਨੂੰ ਪਤਾ ਨਹੀਂ ਬੋਰਡ ਨੇ ਕਿਸ ਸੈਂਪਲ ਪਾਉਣੇ ਨੇ, ਪਰ MCQs ਨੂੰ ਜਿਹੜਾ ਹੈ ਆਪਾਂ ਕਿਸ ਢੰਗ ਨਾਲ ਲੈਂਦੇ ਆ ਜਾਂ ਅਸੀਂ ਕਿਸ ਢੰਗ ਨਾਲ ਬੱਚਿਆਂ ਦੀ ਤਿਆਰੀ ਕਰਵਾਉਣੀ ਹੈ। ਸੋ ਟੀਮ ਪੋਲਸਟਾਰ ਨੇ ਜੋ ਮਟੀਰੀਅਲ ਬੋਰਡ ਵੱਲੋਂ ਜਿੰਨਾ ਕੁ ਪ੍ਰੋਵਾਈਡ ਕੀਤਾ ਉਹਨਾਂ ਪੇਪਰਾਂ ਨੂੰ ਅਸੀਂ ਐਨਾਲਿਸਿਸ ਕੀਤਾ, ਲੈਂਗੁਏਜ ਦੇ ਪੇਪਰਾਂ ਨੂੰ ਐਨਾਲਿਸਿਸ ਕੀਤਾ, CBSE ਦੇ ਪੇਪਰਾਂ ਨੂੰ ਜਿਹੜੇ ਨੇ ਉਹਨਾਂ ਨੂੰ ਐਨਾਲਿਸਿਸ ਕੀਤਾ, ਤੇ ਉਹਦੇ ਆਧਾਰ ਤੇ ਅਸੀਂ ਜੋ ਵੀ ਤਿਆਰ ਕੀਤਾ ਵਾ ਉਹ ਹੈਲਪਫੁਲ ਹੀ ਹੋਏਗਾ। ਐਗਜ਼ੈਕਟ 0-0 ਮੈਚ ਉਹ ਤਾਂ ਹੋਏਗਾ ਜਦੋਂ ਬੋਰਡ ਸਾਨੂੰ ਸੈਂਪਲ ਦੇ ਦੇਗਾ। ਔਰ ਇਸੇ ਕਰਕੇ ਪੋਲਸਟਾਰ ਜਿਹੜੇ ਆਪਣੀ ਜਿਹੜੀ ਪਬਲੀਕੇਸ਼ਨ ਆ ਉਸਨੂੰ ਲੇਟ ਕਰ ਰਿਹਾ ਹੈ। ਮੈਟਰ ਅਸੀਂ ਸਾਰਾ ਦੇ ਰਹੇ ਹਾਂ, ਲੈਸਨ ਸਾਰੇ ਅਸੀਂ ਕਵਰ ਕਰ ਰਹੇ ਹਾਂ, ਤੋ ਜਿਹੜੇ MCQs ਨੇ ਉਹ ਕਿਸ ਤਰ੍ਹਾਂ ਦੇ ਹੋਣਗੇ। ਆਮ ਤੌਰ ਤੇ ਆਪਣੇ ਸਾਰੇ ਸੱਜਣ ਇਹੀ ਮਹਿਸੂਸ ਕਰਦੇ ਨੇ ਕਿ MCQs ਜਿਹੜੇ ਨੇ ਉਹਦਾ ਮਤਲਬ ਹੈ ਕਿ ਇੱਕ ਕੁਐਸਚਨ ਹੋਏਗਾ, ਉਹਦੀਆਂ 4 ਆਪਸ਼ਨਾਂ ਹੋਣਗੀਆਂ ਤੇ ਅਸੀਂ ਇੱਕ ਆਪਸ਼ਨ ਨੂੰ ਕਲਿੱਕ ਕਰ ਜਿਹੜਾ ਹੈ ਬਲੈਕ ਕਰਨਾ ਹੈ, ਉਹਦੇ ਹੋਲ ਨੂੰ 4 ਸਾਨੂੰ ABCD ਆਪਸ਼ਨਾਂ ਹੋਣਗੀਆਂ। ਜਾਣੀ ਕਿ ਬਹੁਤ ਸਾਰੇ ਲੋਕਾਂ ਦਾ ਧਿਆਨ ਇਹ ਆ ਵੀ ਜਿਵੇਂ ਕੌਣ ਬਣੇਗਾ ਕਰੋੜਪਤੀ ਚ ਅਮਿਤਾਭ ਜੀ ਇੱਕ ਕੁਐਸਚਨ ਪਾਉਂਦੇ ਨੇ, ਫਿਰ 4 ਆਪਸ਼ਨਾਂ ਦਿੰਦੇ ਨੇ ਤੇ ਉਹਦੇ ਚੋਂ ਇੱਕ ਠੀਕ ਕਰ ਦੇਣ। ਇਕੱਲੇ ਇਹੀ ਕੁਐਸਚਨ ਨਹੀਂ ਹੋਣਗੇ, ਕਿੰਨੀ ਤਰ੍ਹਾਂ ਦੇ ਕੁਐਸਚਨ ਹੋਣਗੇ ਜੋ ਟੀਮ ਨੇ ਐਨਾਲਿਸਿਸ ਕੀਤਾ। ਹੁਣ ਮੈਂ ਇੱਕ ਇੱਕ ਜਿਹੜਾ ਹੈ ਡਿਟੇਲ ਦੱਸਾਂਗਾ ਤੇ ਤੁਸੀਂ ਸਰ ਉਹ ਕੈਪਸ਼ਨ ਜਿਹੜੀ ਤੁਹਾਨੂੰ ਭੇਜੀ ਗਈ ਆ ਉਹ ਵੀ ਨਾਲ ਦੀ ਨਾਲ ਦਿਖਾਉਂਦੇ ਰਹਿਣਾ। ਸਭ ਤੋਂ ਪਹਿਲਾਂ ਆਪਾਂ ਸੋਸ਼ਲ ਵਿਸ਼ਿਆਂ ਦੀ ਗੱਲ ਕਰਾਂਗੇ। ਸੋਸ਼ਲ ਵਿਸ਼ਿਆਂ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ। ਸੋਸ਼ਲ ਵਿਸ਼ਿਆਂ ਦੀ MCQs ਕਿਸ ਤਰ੍ਹਾਂ ਦੇ ਹੋ ਸਕਦੇ ਆ ਜਾਂ ਕਿਸ ਤਰ੍ਹਾਂ ਦੇ ਹੈਗੇ ਜਾਂ ਕਿਸ ਤਰ੍ਹਾਂ ਦੇ ਜਿਹੜਾ 1-2 ਸੈਂਪਲ ਬੋਰਡ ਨੇ ਪਾਏ ਨੇ ਉਹ ਕਿਸ ਤਰ੍ਹਾਂ ਦੇ। ਤਾਂ ਸਭ ਤੋਂ ਪਹਿਲਾਂ ਹੈਗਾ, ਬੜਾ ਕਲੀਅਰ ਆ ਰਹੀ ਹੈ ਪਿਕਚਰ ਸਰ ਜੀ, ਸਟੈਂਡ ਅਲੋਨ MCQs। ਸਟੈਂਡ ਅਲੋਨ MCQs ਕੀ ਹੁੰਦੇ ਨੇ? ਇਹ ਉਹੀ ਨੇ ਜਿਹੜੇ ਸਿੰਪਲ ਇੱਕ ਕੁਐਸਚਨ ਪਾਉਣਾ ਹੈ ਤੇ ਉਸ ਦੀਆਂ 4 ਆਪਸ਼ਨਾਂ ਦੇਣੀਆਂ ਨੇ, ਔਰ ਉਹਨਾਂ 4 ਆਪਸ਼ਨਾਂ ਚੋਂ ਇੱਕ ਆਪਸ਼ਨ ਠੀਕ ਹੈ ਤੇ ਉਹਦੀ ਜਿਹੜੀ ਸ਼ੀਟ ਹੈ ਆਪਾਂ ਨੂੰ ਮਿਲੇਗੀ, ਉਸ ਨੂੰ ਅਸੀਂ ਬਲੈਕ ਕਰਨਾ ਹੈ। ਮੇਰਾ ਖਿਆਲ ਹੈ ਮੈਂ ਤੁਹਾਨੂੰ ਸ਼ੀਟ ਨਹੀਂ ਭੇਜ ਸਕਿਆ ਜਗਦੇਵ ਜੀ। ਜੇ ਤੁਹਾਡੇ ਕੋਲ ਅਰੇਂਜ ਹੁੰਦੀ ਹੈ ਤਾਂ ਕਿਸੇ ਨੂੰ ਕਹਿ ਦਿਓ ਸ਼ੀਟ ਤੁਹਾਨੂੰ ਦਿਖਾ ਦੇਣ, ਤਾਂ ਆਪਾਂ ਇਹਨਾਂ ਨੂੰ ਦੱਸ ਵੀ ਦਈਏ ਵੀ ਸ਼ੀਟ ਦੇ ਵਿੱਚ ਜਿਹੜਾ ਹੈ ਬਾਲ ਪੈਨ ਜਿਹੜਾ ਹੈ ਯੂਜ਼ ਕਰਨਾ ਹੈ, ਇੰਕ ਪੈਨ ਨਹੀਂ ਯੂਜ਼ ਕਰਨਾ, ਬਲੈਕ ਪੈਨ ਯੂਜ਼ ਕਰਨਾ ਹੈ ਜਾਂ ਬਲੂ ਬਲੈਕ ਪੈਨ ਯੂਜ਼ ਕਰਨਾ ਹੈ। ਅਗਰ ਤੁਹਾਨੂੰ OMR ਸ਼ੀਟ ਮਿਲ ਜਾਵੇ ਕਿਤੋਂ ਤਾਂ ਉਹ ਵਿੱਚੋਂ ਟਰਾਈ ਕਰਦੇ ਰਹਿਣਾ, ਨਹੀਂ ਤਾਂ ਆਪਾਂ ਅੱਗੇ ਚੱਲਦੇ ਹਾਂ, ਅਗਲੀ ਗੱਲ ਆਪਾਂ ਕਰਦੇ ਹਾਂ। ਤਾਂ ਉਹੀ ਪੇਜ ਕੱਢੋ ਜੀ, ਸਟੈਂਡ ਅਲੋਨ MCQs। ਇਹ ਇੱਕ ਪਹਿਲੀ ਟਾਈਪ ਹੈਗੀ ਆ। ਇਹ ਜ਼ਿਆਦਾ ਜਿਹੜਾ ਹੈਗਾ ਪੇਪਰ ਇਹਦੇ ਨਾਲ ਕਵਰ ਹੋਏਗਾ, ਯਾਨੀ ਕਿ 40 ਅਗਰ ਪ੍ਰਸ਼ਨ ਨੇ ਤਾਂ 20 ਪ੍ਰਸ਼ਨ ਜਿਹੜੇ ਨੇ ਉਹ ਸਟੈਂਡ ਅਲੋਨ ਹੋਣਗੇ। ਯਾਨੀ ਕਿ ਇੱਕ ਸਟੇਟਮੈਂਟ ਪ੍ਰਸ਼ਨ ਪੁੱਛ ਕੇ, ਜਿਸ ਤਰ੍ਹਾਂ ਸਾਡੇ ਕੋਲ ਆਇਆ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸਨ? ਬਾਬਾ ਬੁੱਢਾ ਜੀ, ਭਾਈ ਬਾਲਾ ਜੀ, ਭਾਈ ਗੁਰਦਾਸ ਜੀ ਤੇ ਭਾਈ ਮਨ ਜੀ। ਤਾਂ ਇਹਨਾਂ ਲਈ ਸਾਨੂੰ ABCD OMR ਸ਼ੀਟ ਤੇ 4 ਆਪਸ਼ਨਾਂ ਹੋਣਗੀਆਂ। ਕਿਸੇ ਨੇ ਉਹਦੇ 'ਚ ਕਾਟਾ ਨਹੀਂ ਲਾਉਣਾ, ਕਿਸੇ ਨੇ ਉਸ 'ਚ ਠੀਕਾ ਨਹੀਂ ਲਾਉਣਾ, ਕਿਸੇ ਨੇ ਉਸ ਨੂੰ ਹਾਫ ਕਲਰ ਨਹੀਂ ਕਰਨਾ, ਪੂਰੇ ਦਾ ਪੂਰਾ ਹੋਲ ਜਿਹੜਾ ਹੈ ਉਸ ਨੂੰ ਅਸੀਂ ਬਲੈਕ ਕਰਨਾ ਹੈ। ਇਹ ਸਟੈਂਡ ਅਲੋਨ ਅੱਧੇ ਪ੍ਰਸ਼ਨ ਜਿਹੜੇ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਪੇਪਰ ਦਿਖਾ ਰਿਹਾ, ਇਹ ਬੋਰਡ ਦਾ ਹੀ ਪੇਪਰ ਹੈ ਜਿਹੜਾ ਕਿ +2 ਦੀ ਹਿਸਟਰੀ ਨਾਲ ਸੰਬੰਧਿਤ ਪੇਪਰ ਹੈ। ਤਾਂ ਉਹਦਾ ਇਹ ਕੁਐਸਚਨ ਤੁਹਾਨੂੰ ਸ਼ੋ ਕਰ ਰਿਹਾ। ਇਸ ਤਰ੍ਹਾਂ ਦੇ 20 ਕੁਐਸਚਨ ਜਿਹੜੇ ਨੇ ਉਹ ਸਾਰੇ ਸਬਜੈਕਟਾਂ ਦੇ ਵਿੱਚ ਬਿਲਕੁਲ ਪਲੇਨ ਸਾਦੇ ਸੌਖੇ ਪ੍ਰਸ਼ਨ ਹੋਣਗੇ। ਸਿੰਪਲ ਇੱਕ ਕੁਐਸਚਨ ਦੇ ਕੇ 4 ਆਪਸ਼ਨਾਂ ਦਿੱਤੀਆਂ ਜਾਣਗੀਆਂ। ਉਸ ਤੋਂ ਬਾਅਦ ਇਹ ਟੀਚਰਸ ਦੇ ਲਈ
ਵੀ ਜ਼ਰੂਰੀ ਹੈ। ਜਿਹੜੇ ਪ੍ਰਿੰਸੀਪਲ ਹੈਡ ਜਿਹੜੇ ਮੀਟਿੰਗ ਅਟੈਂਡ ਕਰ ਰਹੇ ਆ, ਉਸ ਤੋਂ ਬਿਨਾਂ ਜੇ ਟੀਚਰ ਅਟੈਂਡ ਕਰ ਰਿਹਾ ਬਹੁਤ ਅੱਛੀ ਗੱਲ ਹੈ। ਜੇ ਟੀਚਰ ਨਹੀਂ ਅਟੈਂਡ ਕਰ ਰਹੇ ਤਾਂ ਸਤਿਕਾਰਯੋਗ ਹੈਡਸ ਦੀ ਡਿਊਟੀ ਬਣਦੀ ਹੈ ਕਿ ਇਹਨਾਂ ਗੱਲਾਂ ਨੂੰ ਨੋਟ ਕਰਕੇ ਆਪਣੇ ਟੀਚਰਾਂ ਨੂੰ ਦੱਸਣ। ਇਹ ਹੈ ਕਰੈਕਟ ਪੇਅਰਸ MCQs। ਇਹਦੇ ਵਿੱਚ ਅਸੀਂ ਦੇਖਦੇ ਹਾਂ ਸਾਡੇ ਕੋਲ ਜੋੜੇ ਬਣਾਏ ਜਾਣਗੇ। ਪਹਿਲਾਂ ਜਿਸ ਤਰ੍ਹਾਂ ਅਸੀਂ ਇਹ ਦਿਖਾ ਰਹੇ ਨੇ ਜਗਦੇਵ ਜੀ ਕਿ ਜੋੜਿਆਂ ਨੂੰ ਧਿਆਨ ਨਾਲ ਵੇਖੋ ਤੇ ਸਹੀ ਉੱਤਰ ਚੁਣੋ। ਮੈਂ ਇੱਕ ਹੋਰ ਸ਼ੀਟ ਵੀ ਭੇਜੀ ਸੀ, ਉਹਦੇ 'ਚ ਮੈਂ ਇਹਨੂੰ ਸੋਲਵ ਕੀਤਾ ਸੀਗਾ, ਮੈਂ ਹੁਣ ਵੀ ਦੱਸ ਦਿੰਦਾ। ਜਿਵੇਂ ਜਪਜੀ ਸਾਹਿਬ ਹੈ, ਆਨੰਦ ਸਾਹਿਬ ਹੈ, ਲਾਵਾਂ ਨੇ ਤੇ ਜਾਪ ਸਾਹਿਬ ਨੇ, ਦੂਸਰੇ ਪਾਸੇ ਉਹਨਾਂ ਗੁਰੂਆਂ ਦੇ ਨੇਮ ਨੇ ਜਿਨ੍ਹਾਂ ਦੀ ਇਹ ਰਚਨਾ ਹੈ। ਤਾਂ ਪਹਿਲਾਂ ਬੱਚੇ ਨੇ ਇਸ ਨੂੰ ਹੱਲ ਕਰਨ ਦੇ ਲਈ ਮਿਲਾਨ ਕਰੋ ਜਿਹੜੀ ਹੈ ਉਹ ਕਰ ਲੈਣੀ ਹੈ। ਜਿਵੇਂ ਜਪਜੀ ਸਾਹਿਬ ਜਿਹੜਾ ਹੈ ਉਸ ਨੂੰ ਗੁਰੂ ਨਾਨਕ ਦੇਵ ਜੀ ਨਾਲ ਮਿਲਾਨ ਕਰਾਂਗੇ ਅਸੀਂ। ਇਸੇ ਤਰ੍ਹਾਂ ਜਾਪ ਸਾਹਿਬ ਹੈ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਾਂਗੇ। ਲਾਵਾਂ ਨੇ ਅਸੀਂ ਉਹਨਾਂ ਨੂੰ ਗੁਰੂ ਰਾਮਦਾਸ ਜੀ ਨਾਲ ਕਰਾਂਗੇ। ਆਨੰਦ ਸਾਹਿਬ ਹੈ ਅਸੀਂ ਅਮਰਦਾਸ ਜੀ ਨਾਲ ਕਰਾਂਗੇ। ਤੋ ਇਸ ਤਰ੍ਹਾਂ ਉਹ ਮਿਲਾਨ ਕਰਨ ਤੋਂ ਬਾਅਦ ਇਹ ਪ੍ਰਸ਼ਨ ਦਾ ਆਨਸਰ ਲੱਭੇਗਾ। ਇਹਦੇ ਨਾਲ ਦੇ 5 ਸਵਾਲ ਨੇ 12ਵੀਂ ਦੇ ਵਿੱਚ, ਹਿਸਟਰੀ ਦੇ ਵਿੱਚ। ਤਾਂ ਇਹੀ ਮੰਨ ਕੇ ਚੱਲੋ ਕਿ 10ਵੀਂ ਦੇ ਵਿੱਚ ਵੀ ਏਦਾਂ ਦੇ ਪ੍ਰਸ਼ਨ ਹੋ ਸਕਦੇ ਨੇ। ਤੋ ਜਦੋਂ ਅਸੀਂ ਉਹਨਾਂ ਨੂੰ ਆਪਸ 'ਚ ਮਿਲਾਨ ਕਰ ਲੈਂਦੇ ਹਾਂ ਫਿਰ ਉਹਦਾ ਅਸੀਂ ਆਨਸਰ ਦੇ ਰਹੇ। ਜਿਹੜਾ ABCD ਲਿਖਿਆ ਹੈ, ਜਗਦੇਵ ਜੀ ਮੈਂ ਸ਼ਾਇਦ ਤੁਹਾਨੂੰ 2 ਵਾਰੀ ਇਹ PDF ਫਾਈਲ ਭੇਜੀ, ਅਗਰ ਦੂਜੀ ਵਿੱਚ ਮੇਰਾ ਮਿਲਾਨ ਕੀਤਾ ਹੋਇਆ ਜੇ ਹੈਗੀ ਹੈ ਤਾਂ ਠੀਕ ਹੈ, ਨਹੀਂ ਤਾਂ ਕੋਈ ਗੱਲ ਨਹੀਂ। ਸੌਰੀ ਸਰ, ਆਈ ਥਿੰਕ ਇੱਕ ਹੀ ਸੀ ਮੇਰੇ ਕੋਲ। ਅੱਛਾ ਚਲੋ, ਐਨੀਵੇ ਅਸੀਂ ਇਸ ਤਰ੍ਹਾਂ ਕਰਕੇ ਕ੍ਰਾਸ ਮਿਲਾਨ ਕਰ ਲੈਂਦੇ ਹਾਂ। ਤਾਂ ਹੁਣ ਜਿਹੜੀ ਇੱਧਰਲੇ ਰਾਈਟ ਲੈਫਟ ਹੈਂਡ ABCD ਹੈ, ਇਹ ਹੈ ਆਪਸ਼ਨ ਕਿ ਤੁਹਾਡੇ ਜਿਹੜੀ ਆ ਪਹਿਲੀ ਲਾਈਨ ਠੀਕ ਹੈ, ਦੂਜੀ ਲਾਈਨ ਠੀਕ ਹੈ, ਤੀਜੀ ਲਾਈਨ ਠੀਕ ਹੈ, ਚੌਥੀ ਲਾਈਨ ਠੀਕ ਹੈ, ਕਿਹੜੀ ਲਾਈਨ ਠੀਕ ਹੈ। ਇਹਦਾ ਆਨਸਰ ਅਸੀਂ ਕਿਵੇਂ ਦੇਖਾਂਗੇ? ਉੱਪਰ ਦੇਖੋ ਲੈਫਟ ਟੂ ਰਾਈਟ ABCD ਲਿਖਿਆ ਹੈ ਔਰ ਉੱਪਰੋਂ ਥੱਲੇ ਨੂੰ ਵੀ ABCD ਲਿਖਿਆ ਹੈ। ਜਿਹੜਾ ਉੱਪਰੋਂ ABCD ਹੈ ਇਹ ਸਾਡਾ ਆਪਸ਼ਨ ਹੈ ਕਿ ਸਾਡਾ A ਠੀਕ ਹੈ, B ਠੀਕ ਹੈ, C ਠੀਕ ਹੈ, D ਠੀਕ ਹੈ। ਲੈਫਟ ਟੂ ਰਾਈਟ ਜਿਹੜੀ A ਹੈ ਅਸੀਂ ਉਹਨੂੰ ਦੇਖਾਂਗੇ। A ਸਭ ਤੋਂ ਪਹਿਲਾਂ ਹੈ ਜਪਜੀ ਸਾਹਿਬ। ਤੋ ਜਪਜੀ ਸਾਹਿਬ ਜਿਹੜਾ ਵਾ ਉਹਦਾ ਮਿਲਾਨ ਸਾਡਾ ਹੋਇਆ ਸੀ 3 ਨੰਬਰ ਨਾਲ। ਜਪਜੀ ਸਾਹਿਬ ਨੂੰ ਅਸੀਂ 3 ਨੰਬਰ ਨਾਲ ਮਿਲਾਇਆ ਸੀ। ਇਹ ਥੋੜੀ ਮਿਸਟੇਕ ਹੋ ਗਈ, ਅਗਰ ਮਿਲਿਆ ਹੁੰਦਾ ਤੁਹਾਨੂੰ ਈਜ਼ੀ ਰਹਿੰਦਾ। ਤਾਂ 3 ਨੰਬਰ ਅਸੀਂ ਦੇਖਣਾ ਕਿੱਥੇ ਆਉਂਦਾ। ਇੱਕ ਤਾਂ B 'ਚ ਆ ਰਿਹਾ ਹੈ, ਇੱਕ D 'ਚ ਆ ਰਿਹਾ ਹੈ। ਇਹਨੂੰ ਮਾਈਂਡ 'ਚ ਰੱਖ ਲਓ ਕਿ ਸਾਡਾ A ਠੀਕ ਹੋਇਆ, ਜਾਂ B ਠੀਕ ਹੈ ਜਾਂ D ਠੀਕ ਹੈ। ਸਿੱਧੀ ਜੀ ਗੱਲ ਹੈ, A ਵੀ ਗਲਤ ਹੈ ਤੇ C ਵੀ ਗਲਤ ਹੈ, ਕਿਉਂਕਿ A ਜਿਹੜਾ ਹੈ ਉਹਦਾ ਜਵਾਬ ਜਪਜੀ ਸਾਹਿਬ ਦਾ ਸਹੀ ਹੈ, ਗੁਰੂ ਨਾਨਕ ਦੇਵ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਸਾਡੇ ਕੋਲ ਆਇਆ ਹੈ B ਨੂੰ ਅਸੀਂ ਕਿਹਦੇ ਨਾਲ ਮਿਲਾਨ ਕੀਤਾ ਸੀ? ਆਨੰਦ ਸਾਹਿਬ ਨੂੰ। ਉਸ ਨੂੰ ਅਸੀਂ ਗੁਰੂ ਅਮਰਦਾਸ ਜੀ ਨਾਲ ਮਿਲਾਨ ਕੀਤਾ ਸੀ, ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਨ ਕੀਤਾ ਸੀ 3 ਨੰਬਰ ਤੇ 4 ਨੰਬਰ ਤੇ। ਅਸੀਂ ਦੇਖਦੇ ਹਾਂ ਅਸੀਂ 3 ਨੰਬਰ ਤੇ ਜਿਹੜਾ ਹੈਗਾ B ਵਾਲੇ ਪੋਰਸ਼ਨ ਦੇ ਵਿੱਚ ਸਾਡਾ ਜਿਹੜਾ ABC ਆਪਸ਼ਨ ਹੈ ਉਹਦੇ 'ਚ ਅਸੀਂ ਦੇਖਦੇ ਹਾਂ ਕਿ B ਦੇ ਵਿੱਚ ਪਹਿਲਾ ਸਵਾਲ ਸਾਡਾ ਠੀਕ ਹੈ, ਜਪਜੀ ਸਾਹਿਬ ਜਿਹੜਾ ਹੈ ਉਹ 3 ਨੰਬਰ ਨਾਲ ਮਿਲਾਨ ਹੋ ਗਿਆ। ਉਸ ਤੋਂ ਬਾਅਦ ਆ ਜਾਂਦਾ ਹੈ ਸਾਡੇ ਕੋਲ B ਨੂੰ ਅਸੀਂ ਮਿਲਾਇਆ। B ਕੀ ਹੈ? ਆਨੰਦ ਸਾਹਿਬ। ਆਨੰਦ ਸਾਹਿਬ ਕਿਹਦੀ ਰਚਨਾ ਹੈ? ਗੁਰੂ ਅਮਰਦਾਸ ਜੀ। ਇਹਦਾ ਮਤਲਬ B ਨੂੰ ਅਸੀਂ 1 ਨਾਲ ਮਿਲਾਇਆ ਸੀ। ਤਾਂ ਕਰਸਰ ਜੇ ਸਰ ਜੀ ਕੰਮ ਕਰਦਾ ਤਾਂ ਇਹਦੇ ਤੇ ਦਿਖਾ ਦਿੱਤਾ ਜੀ। ਹਾਂ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਰਾਈਟ ਸਰ। ਤਾਂ ਅਸੀਂ ਦੇਖਦੇ ਹਾਂ B ਕਾਲਮ ਦੇ ਥੱਲੇ 1 ਨੰਬਰ ਜਿਹੜਾ ਹੈ, ਜਿਹੜਾ ਸਾਡੇ ਕੋਲੇ B ਹੈ ਉਹ 1 ਨੰਬਰ, ਉਹ ਉਧਰ ਅਸੀਂ 1 ਨੰਬਰ ਦੇਖਦੇ ਹਾਂ ਗੁਰੂ ਅਮਰਦਾਸ ਜੀ। ਤਾਂ ਇਹਦਾ ਮਤਲਬ ਇਹ B ਵਾਲੀ ਲਾਈਨ ਸਹੀ ਚੱਲ ਰਹੀ ਹੈ। ਹੁਣ ਅਸੀਂ C ਦੇਖਣਾ ਹੈ। C ਜਿਹੜਾ ਸੀ ਲਾਵਾਂ, ਉਹ ਸਾਡੇ ਅਸੀਂ ਗੁਰੂ ਰਾਮਦਾਸ ਜੀ ਨਾਲ ਮਿਲਾਨ ਕੀਤਾ ਸੀ। ਤਾਂ ਉਹ 4 ਨੰਬਰ ਹੈ। ਤਾਂ ਇੱਥੇ 3 ਆਪਸ਼ਨਾਂ ਜੋ ਠੀਕ ਹੋ ਜਾਂਦੀਆਂ ਤਾਂ ਚੌਥੀ ਦੀ ਕੋਈ ਚਿੰਤਾ ਹੀ ਨਹੀਂ, ਆਟੋਮੈਟਿਕਲੀ ਸਾਡੀ ਉਹ ਲਾਈਨ ਠੀਕ ਹੋਗੀ। ਦ ਕਰੈਕਟ ਆਨਸਰ ਇਜ਼ C। मेरा ख्याल जगदेव जी कॉन्सेप्ट क्लियर हो गया होगा कि दोबारा इसमें एक दफा करते हैं। हेलो, हाँ जी सर, क्लियर है जी कॉन्सेप्ट जी। कॉन्सेप्ट क्लियर है। तो इस तरह करके साडे इनू असी करैक्ट पेयर्स MCQ कहते हैं। इदां दे MCQ भी आ सकते हैं। मैं ये गल सारी कर रहा सोशल विषय नाल। सोशल विषय यानी कि हिस्ट्री होवे, इकनॉमिक्स होवे, सोशियोलॉजी होवे, पोलिटिकल साइंस होवे, SS होवे, ਉਹਦੇ 'ਚ ਇਸ ਤਰ੍ਹਾਂ ਦੇ ਪ੍ਰਸ਼ਨ ਜਿਹੜੇ ਨੇ ਉਹ ਆ ਸਕਦੇ ਨੇ। ਇਸ ਤੋਂ ਬਾਅਦ ਹੈ ਸਰ ਤੀਜਾ ਸਟਾਈਲ ਸਾਡਾ ਕਰੈਕਟ ਸੀਕੁਐਂਸ ਬੇਸਡ। ਇਹਨੂੰ ਉੱਪਰ ਕਰੋ ਜੀ। ਕਰੈਕਟ ਸੀਕੁਐਂਸ ਬੇਸਡ
MCQs। ਕਰੈਕਟ MCQ ਬੇਸ ਦਾ ਮਤਲਬ ਇਹ ਹੈ ਕਿ ਉਹਨਾਂ ਨੇ 2 ਜਾਂ 3 ਜਾਂ 4 ਨੇਮ, 2 ਜਾਂ 3 ਟਾਈਮ ਪੀਰੀਅਡਸ, 2 ਜਾਂ 3 ਸੀਕੁਐਂਸ ਕੋਈ ਵੀ ਉੱਗੜ ਦੁੱਗੜ ਕਰਕੇ ਦਿੱਤੇ ਹੋਣਗੇ। ਜਿਸ ਤਰ੍ਹਾਂ ਇਹਦੇ ਚ ਅਸੀਂ ਦੇਖਦੇ ਹਾਂ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਹਰਿ, ਗੁਰੂ ਰਾਮਦਾਸ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਹਰਕ੍ਰਿਸ਼ਨ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਜੀ, ਗੁਰੂ ਅੰਗਦ ਦੇਵ ਜੀ। ਤੋ ਇਹ ਸਾਡੇ ਕੋਲੇ ਜਿਹੜੀ ਹੈ ਕਾਲਮ ਹੈ ਜਿਨ੍ਹਾਂ 'ਚ ਅਸੀਂ ਕਰੈਕਟ ਚੁਣਨਾ ਹੈ ਸੀਕੁਐਂਸ। ਤਾਂ ਇਹਦੇ 'ਚ ਸੀਕੁਐਂਸ ਜਿਹੜਾ ਹੈ ਸਹੀ ਆਨਸਰ ਜਿਹੜਾ ਹੈ ਉਹ ਗੁਰੂ ਨਾਨਕ ਦੇਵ ਜੀ, ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ। ਆਈ ਥਿੰਕ ਇੱਕ ਕੁਐਸਚਨ ਸਿੱਟੀ ਸਾਹਿਬ ਮੈਨੂੰ ਲੱਗਦਾ ਮਿਊਟ ਹੋ ਗਿਆ ਜੀ ਤੁਹਾਡੇ ਤੋਂ, ਅਨਮਿਊਟ ਕਰ ਲਓ ਪਲੀਜ਼। ਮਿਊਟ ਹੋ ਗਿਆ ਜੀ? ਜੀ ਜੀ ਆਡੀਬਲ ਹੈ ਸਰ ਜੀ। ਜੀ ਜੀ। ਤਾਂ ਇਸੇ ਤਰ੍ਹਾਂ ਸਮਾਂ ਕਾਲ ਵੀ ਹੋ ਸਕਦਾ ਵਾ। ਕੋਈ ਪੀਰੀਅਡ ਜਿਹੜਾ ਹੈਗਾ, ਕੋਈ ਘਟਨਾ ਅਗੜ ਪਿਛੜ ਵਾਪਰੀ ਹੈ, ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੀਆਂ ਲੜਾਈਆਂ ਜਿਹੜੀਆਂ ਨੇ ਉਹ 3 ਜਾਂ 4 ਲੜਾਈਆਂ ਦੇ ਕੇ ਉਹਨਾਂ ਦਾ ਸੀਕੁਐਂਸ ਜਿਹੜਾ ਵਾ ਉਹ ਪੁੱਛਿਆ ਜਾ ਸਕਦਾ। ਤਾਂ ਉਹ ਅਸੀਂ ਭੰਗਾਣੀ ਦਾ ਯੁੱਧ ਹੋ ਗਿਆ, ਮਾਛੀਵਾੜੇ ਦੀਆਂ ਹੋ ਗਈ ਘਟਨਾ, ਮੁਕਤਸਰ ਸਾਹਿਬ ਦਾ ਹੋ ਗਿਆ। ਤਾਂ ਉਹ ਘਟਨਾਵਾਂ ਜਿਹੜੀਆਂ ਨੇ, ਯੁੱਧ ਹੋਣ, ਘਟਨਾਵਾਂ ਹੋਣ, ਉਹ ਅਗੜ ਪਿਛੜ ਕਰਕੇ ਦੇ ਦਿੱਤੀਆਂ ਜਾਂਦੀਆਂ ਨੇ ਤੇ ਉਹਨਾਂ ਨੂੰ ਸੀਕੁਐਂਸ ਦੇਣਾ ਹੁੰਦਾ ਹੈ। ਦੂਸਰੀ ਕਿਸਮ ਦੇ ਸਵਾਲ, ਤੀਸਰੀ ਕਿਸਮ ਦੇ ਇਹ ਕਰੈਕਟ ਸੀਕੁਐਂਸ ਜਿਹੜਾ ਹੈ ਉਹ ਇਸ ਤਰ੍ਹਾਂ। ਇਸ ਤੋਂ ਅਗਲਾ ਜੀ assertion and reasoning। ਜੀ ਸਰ, assertion and reasoning ਇਹ ਬੜਾ ਇੰਪੋਰਟੈਂਟ ਹੈ। CBSE ਇਹ ਤਕਰੀਬਨ ਸਾਰੇ ਸਬਜੈਕਟਾਂ ਦੇ ਵਿੱਚ ਹੀ ਹੈ। ਔਰ assertion ਤੇ reasoning MCQs ਕੀ ਹੁੰਦੇ ਨੇ? assertion means ਹੁੰਦਾ ਹੈ ਦਾਵਾ, ਸਟੇਟਮੈਂਟ, ਬਿਆਨ, ਤੇ reasoning ਹੁੰਦਾ ਹੈ ਉਸ ਦਾ ਕਾਰਨ। ਇਹਦੇ ਚ 2 ਸਵਾਲ ਹੋਣਗੇ, A ਔਰ R ਦੇ ਨਾਲ। A ਹੋਏਗੀ assertion ਔਰ R ਹੋਏਗੀ reasoning। ਇਹ assertion ਦਾ ਮਤਲਬ ਹੈ ਪੰਜਾਬ ਦੇ, ਜਿਸ ਤਰ੍ਹਾਂ ਇਹ ਕੁਐਸਚਨ ਹੈ, ਪੰਜਾਬ ਦੇ ਜੰਗਲਾਂ ਤੇ ਪਹਾੜਾਂ ਨੇ ਇਸ ਦੇ ਇਤਿਹਾਸ ਉੱਤੇ ਬਹੁਤ ਮਹੱਤਵਪੂਰਨ ਪ੍ਰਭਾਵ ਪਾਏ। ਇਹ ਇੱਕ ਦਾਵਾ ਹੈ, ਸਟੇਟਮੈਂਟ ਹੈ, ਗੱਲ ਹੈ ਇੱਕ ਕਿ ਆਹ ਗੱਲ ਹੋਈ। ਕੀ ਇਹ ਗੱਲ ਠੀਕ ਹੈ? ਪਹਿਲੀ ਗੱਲ ਬੱਚੇ ਨੂੰ ਇਹ ਪਤਾ ਹੋਣਾ ਚਾਹੀਦਾ। ਕੀ ਇਹ ਗੱਲ ਗਲਤ ਹੈ? ਸਟੇਟਮੈਂਟ, ਕੀ ਇਹ ਦਾਵਾ ਗਲਤ ਹੈ? ਇਹਨੂੰ assertion ਕਹਿੰਦੇ ਨੇ। ਇੱਕ ਸਟੇਟਮੈਂਟ ਹੋਏਗੀ, ਦਾਵਾ ਹੋਏਗਾ, ਜਿੱਥੇ ਬੱਚੇ ਨੇ ਇਹ ਦੱਸਣਾ ਹੈ ਉਸ ਪ੍ਰਸ਼ਨ ਨੂੰ ਕਿ ਇਹ ਸਵਾਲ ਹੀ ਗਲਤ ਹੈ, ਇਹ ਸਵਾਲ ਠੀਕ ਹੈ। ਔਰ ਰੀਜ਼ਨਿੰਗ ਹੈ ਉਹਦੇ ਨਾਲ, ਉਹ ਪਹਿਲੀ ਗੱਲ ਨੂੰ ਸਪੋਰਟ ਕਰਦਾ ਹੈ, ਨਹੀਂ ਸਪੋਰਟ ਕਰਦਾ ਹੈ, ਉਸ ਦਾ ਇਹਦੇ ਨਾਲ ਤਾਲੁਕ ਹੈ ਜਾਂ ਨਹੀਂ ਹੈ, ਜਾਂ ਉਹ ਪਹਿਲੀ ਗੱਲ ਠੀਕ ਸੀ ਦੂਜੀ ਗਲਤ ਹੈ, ਜਾਂ ਦੂਜੀ ਠੀਕ ਹੈ ਪਹਿਲੀ ਗਲਤ ਸੀ। ਤਾਂ ਇਸ ਤਰ੍ਹਾਂ ਸਾਡੇ ਕੋਲੇ 3 ਆਪਸ਼ਨਾਂ ਇਹਨਾਂ ਨੇ ਦਿੱਤੀਆਂ ਨੇ। A ਤੇ R ਦੋਵੇਂ ਸੱਚ ਹਨ, ਔਰ R ਜਿਹੜੀ ਹੈ ਉਹ A ਦੀ ਸਹੀ ਵਿਆਖਿਆ ਕਰਦਾ ਹੈ। ਦੇਖੋ ਇਸ ਗੱਲ, ਪੰਜਾਬ ਦੇ ਜੰਗਲਾਂ ਅਤੇ ਪਹਾੜਾਂ ਨੇ ਇਸ ਦੇ ਇਤਿਹਾਸ ਉੱਤੇ ਮਹੱਤਵਪੂਰਨ ਪਾਇਆ, ਇਸ ਗੱਲ 'ਚ ਕੋਈ ਸ਼ੱਕ ਨਹੀਂ। ਹਿਸਟਰੀ ਦੇ ਟੀਚਰ, ਬੱਚੇ, ਵਿਦਿਆਰਥੀ ਚੰਗੀ ਤਰ੍ਹਾਂ ਇਸ ਗੱਲ ਨੂੰ ਜਾਣਦੇ। ਦੂਸਰਾ ਸਵਾਲ ਹੈ ਮਾਝਾ, ਪੰਜਾਬ ਦੇ ਮਾਝਾ ਤੇ ਮਾਲਵਾ ਖੇਤਰ ਵਿੱਚ ਉੱਚੇ ਉੱਚੇ ਪਹਾੜ ਸਥਿਤ ਹਨ। ਇਹ ਰੋਂਗ ਸਟੇਟਮੈਂਟ ਹੈ। ਇਹ ਪਹਿਲੇ ਨੂੰ ਸਪੋਰਟ ਨਹੀਂ ਕਰਦੀ, ਪਹਿਲੇ ਨੂੰ ਜਸਟੀਫਾਈ ਨਹੀਂ ਕਰਦੀ। ਤਾਂ ਹੁਣ A ਤੇ R ਦੇ ਵਿੱਚ ਅੱਗੋਂ 3 ਆਪਸ਼ਨਾਂ ਨੇ। ਇਹ ਆਪਸ਼ਨ ਹੈਗੀ ਆ A ਤੇ R ਦੋਵੇਂ ਸੱਚ ਹਨ। ਪਹਿਲੀ ਗੱਲ ਹੈ ਇਹ ਸਟੇਟਮੈਂਟ ਗਲਤ ਆ, ਇਸ ਲਈ ਇਹਦਾ ਆਨਸਰ A ਇਜ਼ ਨਾਟ ਕਰੈਕਟ ਆਨਸਰ। B ਕਹਿੰਦਾ ਹੈ ਦੋਵੇਂ A ਤੇ R ਸੱਚ ਹਨ, ਪਰ R A ਦੀ ਸਹੀ ਵਿਆਖਿਆ ਨਹੀਂ ਹੈ। ਇਹ ਗਲਤ ਹੈ, ਕਿਉਂਕਿ A ਸੱਚ ਹੈ, R ਸੱਚ ਨਹੀਂ ਹੈ। ਮਾਲਵਾ ਖੇਤਰ ਦੇ ਵਿੱਚ ਉੱਚੇ ਉੱਚੇ ਪਹਾੜ ਨਹੀਂ ਹੈ। ਤੀਜਾ ਕਹਿੰਦਾ ਇਹ ਗੱਲ ਸਹੀ ਹੈ, ਪਰ R ਗਲਤ ਹੈ, ਇਟ ਇਜ਼ ਕਰੈਕਟ ਆਨਸਰ। ਤੋ ਇਸ ਤਰ੍ਹਾਂ ਕਰਕੇ ਇਹਨੂੰ assertion and reason ਕਹਿੰਦੇ। ਇਹਦੀ ਬੜੀ ਇੰਪੋਰਟੈਂਸ ਹੈ ਸਾਇੰਸ ਦੇ ਵਿੱਚ ਵੀ, ਮੈਥ ਦੇ ਵਿੱਚ ਵੀ, ਬਾਕੀ ਵਿਸ਼ਿਆਂ ਦੇ ਵਿੱਚ ਵੀ।
ਇਸ ਤਰ੍ਹਾਂ ਦੇ ਪ੍ਰਸ਼ਨ ਵੀ ਆ ਸਕਦੇ ਹਨ। ਇਹ ਆਏ ਹੋਏ ਹਨ, ਇਹ ਸੈਂਪਲ ਪੇਪਰ ਹੈ 12ਵੀਂ ਦਾ, ਇਹ ਅਸੀਂ ਉੱਥੋਂ ਚੱਕਿਆ ਹੈ। ਤੋ ਇਹ ਪ੍ਰਸ਼ਨ ਅਜ਼ਰਸ਼ਨ ਐਂਡ ਰੀਜ਼ਨਿੰਗ ਜਿਹੜਾ ਹੈ ਉਹ ਬਿਲਕੁਲ ਸਪਸ਼ਟ ਹੈ ਕਿ ਇਸ ਢੰਗ ਨਾਲ, ਇੱਕ ਦਫਾ ਮੈਂ ਇਸ ਪ੍ਰਸ਼ਨ ਦੀ ਹੋਰ ਐਗਜ਼ਾਮਪਲ ਲੈ ਦਿੰਦਾ। ਮੈਂ ਇਹ ਮੈਂ ਸਟੇਟਮੈਂਟ ਦਿੰਦਾ ਹਾਂ ਕਿ ਮੇਰੀ ਉਮਰ 66 ਸਾਲ ਦੀ ਹੈ। बीच मैं कहना कि मेरा जन्म जिहड़ा 6/5/1955 ਦਾ ਹੈ। ਤਾਂ ਇਹ ਦੋਨੇ ਗੱਲਾਂ ਸਹੀ ਨੇ। ਪਹਿਲੀ ਗੱਲ ਦੂਜੀ ਗੱਲ ਦੀ ਵਿਆਖਿਆ ਕਰਦੀ ਹੈ। ਜਦੋਂ 6 ਮਈ 1955 ਨੂੰ ਕੈਲਕੂਲੇਟ ਕਰਦੇ ਆ ਤਾਂ ਇਹ ਇੱਕ ਐਗਜ਼ਾਮਪਲ ਹੋ ਗਈ। ਜਦੋਂ ਦੋਨੇ ਸਹੀ ਹੈ ਤਾਂ ਇੱਥੇ ਥੱਲੇ ਇਸ ਤਰ੍ਹਾਂ ABC ਚ ਤਿੰਨ ਆਪਸ਼ਨਾਂ ਜਿਹੜੀਆਂ ਨੇ, ਇਹਨਾਂ ਚੋਂ ਇੱਕ ਆਪਸ਼ਨ ਹੋਏਗੀ ਜਿਹੜੀ ਇਹ ਕਹੇਗੀ A ਔਰ B ਦੋਨੋਂ ਸਹੀ ਹਨ। ਤਾਂ ਇਹਨੂੰ ਕਹਿੰਦੇ ਨੇ ਅਜ਼ਰਸ਼ਨ ਐਂਡ ਰੀਜ਼ਨਿੰਗ। ਇਹ ਚੌਥੀ ਕਿਸਮ ਦੇ ਸਵਾਲ ਨੇ। ਇਹ ਸਾਇੰਸ ਵੀ ਆ ਸਕਦੇ ਨੇ, ਇਹ ਹੋਰ ਵਿਸ਼ਿਆਂ 'ਚ ਵੀ ਆ ਸਕਦੇ ਨੇ। ਤੋਂ ਮੈਂ ਜਿਹੜੀਆਂ ਆਪਾਂ ਹੁਣ ਤੱਕ ਡਿਸਕਸ ਕੀਤੀਆਂ ਸਰ ਜੀ, ਸਟੈਂਡ ਅਲੋਨ ਸਿੰਪਲ ਪ੍ਰਸ਼ਨ 4 ਆਪਸ਼ਨ ਆ, ਕਰੈਕਟ ਪੇਅਰਸ ਜੋੜੇ ਬਣਾ ਕੇ ਉਹਨਾਂ ਦਾ ਇੱਕ ਜੋੜੇ ਨੂੰ ਜਿਹੜਾ ਹੈ ਸਹੀ ਹੋਏਗਾ, ਸੈੱਟ ਬਣ ਜਾਣਗੇ। ਤੀਸਰਾ ਸੀਗਾ ਕਰੈਕਟ ਸੀਕੁਐਂਸ, ਘਟਨਾਵਾਂ ਨੂੰ ਕਰਮ ਅਨੁਸਾਰ ਜਾਂ ਗੁਰੂਆਂ ਨੂੰ ਕਰਮ ਅਨੁਸਾਰ ਜਾਂ ਲੜਾਈਆਂ ਨੂੰ ਕਰਮ ਅਨੁਸਾਰ, ਕਿਸੇ ਵੀ ਚੀਜ਼ ਨੂੰ ਸੀਕੁਐਂਸ ਅਨੁਸਾਰ ਦੱਸਣਾ, ਇਹ ਹੋਏਗਾ ਕੁਐਸਚਨ। ਔਰ ਚੌਥਾ ਸੀਗਾ ਅਜ਼ਰਸ਼ਨ ਐਂਡ MCQs ਜਿਹੜੇ ਆ ਉਹ ਮੈਂ ਤੁਹਾਨੂੰ ਦੱਸ ਦਿੱਤੇ ਹੁੰਦੇ। ਔਰ ਇਸ ਤੋਂ ਬਾਅਦ ਹੈ ਜੀ ਸਾਡੇ ਕੋਲੇ ਸੋਸ਼ਲ ਸਟੱਡੀ ਨਾਲ ਸੰਬੰਧਿਤ ਮੈਪ ਬੇਸਡ ਕੁਐਸਚਨ। ਅਗਲਾ ਪੇਜ ਸਰ ਜੀ। ਸੋ ਪਹਿਲਾਂ ਆਪਾਂ ਸੋਚਦੇ ਸੀ ਵੀ ਸਾਰੇ ਸਵਾਲ ਤਾਂ ਹੋ ਗਏ, MCQ ਜਿਹੜਾ ਮੈਪ ਦਾ ਕਿਵੇਂ ਹੋ ਸਕਦਾ ਹੈ, ਤਾਂ ਮੈਪ ਤਾਂ ਫਿਲ ਹੀ ਕਰਨਾ ਹੁੰਦਾ। ਨਹੀਂ, ਮੈਂ ਆਪਣੀ ਗੱਲ ਨੂੰ ਕੰਟੀਨਿਊਸ ਕਰਨ ਤੋਂ ਪਹਿਲਾਂ ਇੱਕ ਗੱਲ ਬ੍ਰੇਕ ਦੇ ਕੇ ਤੁਹਾਨੂੰ ਦੱਸਣੀ ਚਾਹੁੰਦਾ ਕਿ MCQ ਕਿਵੇਂ ਬਣ ਸਕਦੇ ਨੇ। ਜਿਸ ਤਰ੍ਹਾਂ ਕਿਸੇ ਪ੍ਰਸ਼ਨ ਦਾ ਉੱਤਰ ਤੁਸੀਂ ਦੇਣ ਲਈ ਆਪਣੇ ਮਾਈਂਡ ਨੂੰ ਵਰਤਦੇ ਹੋ, ਉਹੀ MCQ ਹੁੰਦਾ। ਫਾਰ ਐਗਜ਼ਾਮਪਲ ਇਹ ਮੈਪ ਹੈ। ਮੈਪ ਦੇ ਵਿੱਚ ਅਸੀਂ ਪੁੱਛਦੇ ਹਾਂ ਜੀ ਖਦਰਾਣਾ ਕਿੱਥੇ ਹੈ, ਸਮਾਣਾ ਕਿੱਥੇ ਹੈ, ਨਰਮੋਹ ਕਿੱਥੇ ਹੈ, ਭਗਾਣੀ ਕਿੱਥੇ ਹੈ। ਸੋ ਇਹਨਾਂ ਦਾ ਜਿਹੜਾ ਤਾਲੁਕ ਹੈ ਉਹ ਗੁਰੂ ਸਾਹਿਬ ਨਾਲ ਹੈ, ਬੰਦਾ ਬਹਾਦਰ ਨਾਲ ਹੈ, ਓਲਡ ਪੰਜਾਬ ਨਾਲ ਹੈ। ਤਾਂ ਜਦੋਂ ਅਸੀਂ ਫਿਲ ਕਰਦੇ ਹਾਂ ਸਾਡੇ ਮਨ 'ਚ ਇੱਕ ਦਿਮਾਗ 'ਚ ਹੁੰਦਾ ਨਾ ਧਿਆਨ ਵੀ ਇੱਥੇ ਇੱਕ ਪੰਜਾਬ ਹੈ, ਇਸ ਦਰਿਆ ਤੇ ਇਸ ਦਰਿਆ ਦੇ ਵਿਚਕਾਰ ਫਲਾਨੀ ਸਥਾਨ ਹੈ, ਰਾਈਟ ਹੈਂਡ ਤੋਂ ਲੈਫਟ ਹੈਂਡ ਔਰ ਉੱਪਰ ਤੋਂ ਥੱਲੇ ਕਿੰਨੀ ਜਗ੍ਹਾ ਛੱਡ ਕੇ ਕਿਸ ਜਗ੍ਹਾ ਤੇ ਜਿਹੜਾ ਹੈ ਖਿਦਰਾਣਾ ਹੈ, ਭਗਾਣੀ ਹੈ, ਸਮਾਣਾ ਹੈ, ਨਰਮੋਹ ਹੈ, ਇਹ ਬੱਚੇ ਦੇ ਮਾਈਂਡ 'ਚ ਹੁੰਦਾ। ਤਾਂ ਇਹ ਉਸੇ ਤਰ੍ਹਾਂ ਹੀ MCQ ਬਣਾ ਦਿੱਤਾ ਇਹਨਾਂ ਨੇ। ਹੁਣ ਉਹ ਪ੍ਰੋਪਰ ਨਕਸ਼ਾ ਦੇ ਕੇ ਨਕਸ਼ੇ ਦੇ ਵਿੱਚ ਨਕਸ਼ਾ ਦਿਖਾਉਣਾ ਸਰ ਜੀ, ਨਕਸ਼ਾ ਹਾਂ ਯੈਸ ਥੋੜਾ ਵੱਡਾ ਕਰ ਦਿਓ ਹਾਂਜੀ। ਇਹਨੂੰ ਦਿਖਾ ਕੇ ਅਸੀਂ ਦੇਖਦੇ ਹਾਂ ਕਿ ਇੱਥੇ ਉਹਨਾਂ ਨੇ ਉਹ ਪੁਆਇੰਟਸ ਜਿਹੜੇ ਨੇ ਉਹਨਾਂ ਨੂੰ ਨੰਬਰਿੰਗ ਕਰ ਦਿੱਤੀ 1 2 3 4 5 6 7 8 9। ਹੁਣ ਜੇ ਬੱਚੇ ਨੂੰ ਇਹ ਪਤਾ ਨਾ ਵੀ 7 ਦੀ ਜਗ੍ਹਾ ਤੇ ਕੀ ਹੈ, ਜਿੱਥੇ 1 ਹੈ ਇੱਥੇ ਕਿਹੜਾ ਸ਼ਹਿਰ ਹੈ, ਜਿੱਥੇ 2 ਹੈ ਕਿਹੜਾ ਸ਼ਹਿਰ ਹੈ। 2 ਜਿਹੜਾ ਵਾ ਉਹ ਬਿਆਸ ਔਰ ਸਤਲੁਜ ਦੇ ਵਿੱਚ ਹੈ, ਤਾਂ 2 ਤੇ ਜਿਹੜੀ ਹੈ ਇਹ ਕਿਹੜੀ ਘਟਨਾ ਹੋਈ ਸੀ, ਇਹ ਬੱਚੇ ਦੇ ਮਾਈਂਡ ਦੇ ਵਿੱਚ ਪਹਿਲਾਂ ਹੋਣਾ ਚਾਹੀਦਾ ਵਾ। ਤੇ ਫਿਰ ਉਹ ਜਿਹੜਾ ਮੈਪ ਤੇ ਕੁਐਸਚਨ ਜਿਹੜਾ ਹੈ ਉਸ ਨੂੰ ਹੱਲ ਕਰੇਗਾ। ਹੁਣ ਅਸੀਂ ਇਸ ਦੇ ਪ੍ਰਸ਼ਨ ਜਿਹੜੇ ਬਣਾਏ ਨੇ ਕਿਸ ਤਰ੍ਹਾਂ ਬਣਦੇ ਨੇ, ਇਹ ਮੈਪ ਇਸੇ ਤਰ੍ਹਾਂ ਆਏਗਾ। ਥੱਲੇ ਦਿਖਾਓ ਸਰ ਜੀ, ਨੀਚੇ ਕਰੋ ਜੀ ਹਾਂਜੀ ਯੈਸ। ਦੇਖੋ ਇਹ ਹੈ ਜੀ ਦਿੱਤੇ ਗਏ ਪੰਜਾਬ ਦੇ ਨਕਸ਼ੇ 'ਚ 8 ਅੰਕ ਕਿਸ ਸਥਾਨ ਦਿੱਤਾ। 8 ਸਥਾਨ ਤੇ ਖਦਰਾਣਾ ਹੈ, ਸਮਾਣਾ ਹੈ, ਨਰਮੋਹ ਹੈ, ਭੰਗਾਣੀ ਹੈ। ਇਸ ਨੂੰ ਜ਼ਿਆਦਾ ਡਿਟੇਲ 'ਚ ਨਹੀਂ ਜਾਂਦੇ ਕਿਉਂਕਿ ਇਹਦਾ ਸੰਬੰਧ SS ਟੀਚਰਾਂ ਨਾਲ ਹੈ, ਬਾਕੀਆਂ ਨੂੰ ਇਹਦਾ ਨਹੀਂ ਹੋਏਗਾ। ਤਾਂ ਇਸੇ ਤਰ੍ਹਾਂ ਦੂਜਾ ਸਵਾਲ ਹੈ ਅਨੰਦਪੁਰ ਸਾਹਿਬ 4 ਅੰਕ ਤੇ ਕੌਣ ਸਥਾਨ ਹੈ। ਤੋ ਇਸ ਢੰਗ ਦੇ ਨਾਲ 2 ਨੰਬਰਾਂ ਦੇ MCQ ਜਿਹੜੇ ਨੇ ਉਹ ਮੈਪ ਤੇ ਇਸ ਢੰਗ ਨਾਲ ਆਉਣਗੇ। ਮੈਪ ਦੇ ਕੇ ਚਾਹੇ ਇੰਡੀਆ ਦਾ ਹੈ, ਚਾਹੇ ਉਹ ਪੰਜਾਬ ਦਾ ਹੈ, ਚਾਹੇ ਓਲਡ ਪੰਜਾਬ ਦਾ ਹੈ, ਜਿਹੜਾ ਵੀ ਸਾਡੇ ਸਿਲੇਬਸ ਦੇ ਵਿੱਚ ਔਰ ਜਿਹੜੇ ਚੈਪਟਰ ਤੁਸੀਂ ਪੜ੍ਹਾ ਰਹੇ ਹੋ, ਜਿਹੜੇ ਚੈਪਟਰ ਸਿਲੇਬਸ 'ਚ ਆ ਉਹਨਾਂ 'ਚੋਂ ਹੀ ਆਉਣਾ, ਇਹ ਧਿਆਨ ਰੱਖਿਆ ਜਾਵੇ। 10ਵੀਂ ਦੀ SS ਦੇ ਵਿੱਚ ਅਗਰ 5 ਲੈਸਨ ਨੇ, 6 ਲੈਸਨ ਨੇ, ਅਗਰ ਉਹਨਾਂ 'ਚ ਗੁਰੂ ਗੋਬਿੰਦ ਸਿੰਘ ਜੀ ਨਹੀਂ ਆਉਂਦੇ ਤਾਂ ਗੁਰੂ ਗੋਬਿੰਦ ਸਿੰਘ ਦੇ ਮੈਪ ਦੀ ਤਿਆਰੀ ਨਹੀਂ ਕਰਵਾਉਣੀ ਫਿਲਹਾਲ।
ਜੇ ਜਿੱਥੋਂ ਤੱਕ ਜਿਹੜੇ ਮੈਪ ਆਉਂਦੇ ਨੇ, ਜਿਹੜੇ ਚੈਪਟਰ ਆਉਂਦੇ ਨੇ, ਕੇਵਲ ਉਹਨਾਂ ਦੀ ਹੀ ਤਿਆਰੀ ਆਪਾਂ ਕਰਾਉਣੀ ਹੈ। ਇਹ ਚੌਥੀ ਕਿਸਮ ਦਾ ਜਿਹੜਾ ਪੰਜਵੀਂ ਕਿਸਮ ਦਾ ਕੁਐਸਚਨ ਹੈ, MCQ ਮੈਥ ਬੇਸਡ ਕੁਐਸਚਨ ਹੈ। ਤੇ ਉਸ ਤੋਂ ਬਾਅਦ ਹੈਗੀ ਛੇਵਾਂ ਜੀ ਕੰਪਰੀਹੈਂਸ਼ਨ ਬੇਸਡ MCQs। ਇਹ ਬੜਾ ਕਾਮਨ ਹੈ ਜੀ, ਇਹ ਸਾਰਿਆਂ 'ਚ ਹੀ ਆਏਗਾ, ਅੰਗਰੇਜ਼ੀ 'ਚ ਵੀ ਆਏਗਾ, ਪੰਜਾਬੀ 'ਚ ਵੀ ਆਏਗਾ, ਲੇਖਾਂ 'ਚ ਵੀ ਆਏਗਾ, ਪ੍ਰੈਸ 'ਚ ਵੀ ਆਏਗਾ, ਛੋਟੇ ਪ੍ਰਸ਼ਨਾਂ 'ਚ ਵੀ ਆਏਗਾ, ਔਰ ਹਿਸਟਰੀ ਦੇ ਵਿੱਚ ਵੀ ਆਏਗਾ। ਤਾਂ ਉੱਤੇ ਇੱਕ ਪੈਰਾ ਜਿਹੜਾ ਚੈਪਟਰ ਦੇ ਵਿੱਚੋਂ ਦਿੱਤਾ ਜਾਏਗਾ ਤੇ ਚੈਪਟਰ ਦੇ ਵਿੱਚੋਂ ਥੱਲੇ ਕੁਐਸਚਨ। ਇਹ ਆਪਾਂ ਪਿਛਲੇ ਸਾਲ ਵੈਸੇ ਵੀ ਸਿਲੇਬਸ ਸੀਗਾ, ਇਹ ਸਭ ਤੋਂ ਸੌਖਾ ਪ੍ਰਸ਼ਨ ਹੁੰਦਾ ਔਰ ਇਹਦੇ 4 ਜਾਂ 5 ਸਵਾਲ ਹੁੰਦੇ ਨੇ। ਇੱਥੇ ਮੇਰਾ ਖਿਆਲ 3 ਸਵਾਲ ਨੇ ਔਰ ਇਹ ਬੜੇ ਹੀ ਜਿਹੜਾ ਸੌਖੇ ਤਰੀਕੇ ਨਾਲ ਬੱਚਾ ਕਰ ਲੈਂਦਾ। ਥੋੜੀ ਜਿਹੀ ਪ੍ਰੈਕਟਿਸ ਕਰਾਉਣ ਦੀ ਲੋੜ ਹੈ। ਇਸ ਨੂੰ ਕੰਪਰੀਹੈਂਸ਼ਨ ਬੇਸਡ ਕਹਿੰਦੇ ਆ। ਇਹ ਬਾਕੀ ਵਿਸ਼ਿਆਂ 'ਚ ਵੀ ਆਪਾਂ ਇਹਦੀ ਗੱਲ ਕਰਾਂਗੇ ਅੱਗੇ। ਸਰ, ਕੰਪਰੀਹੈਂਸ਼ਨ ਤੋਂ ਬਾਅਦ ਸਾਡੇ ਕੋਲ ਆ ਜਾਂਦੀ ਹੈ ਜੀ ਭਾਸ਼ਾ ਨਾਲ ਸੰਬੰਧਿਤ। ਸੋ ਸਰ, ਜਿਹੜੀ ਆਪਾਂ ਇਹ ਗੱਲ ਕੀਤੀ ਹੈ, ਮੇਰਾ ਖਿਆਲ ਹੈ ਵੀ ਸੋਸ਼ਲ ਵਿਸ਼ਿਆਂ ਨਾਲ ਸੰਬੰਧਿਤ ਤੁਹਾਨੂੰ ਸਭ ਨੂੰ ਅੱਛੀ ਤਰ੍ਹਾਂ ਪਤਾ ਲੱਗ ਗਿਆ ਹੋਵੇਗਾ। ਤੁਸੀਂ ਇਸ ਢੰਗ ਨਾਲ ਜਿਹੜੀ ਹੈ ਉਹ ਤਿਆਰੀ ਕਰਵਾਉਣੀ ਹੈ। ਬੱਚਿਆਂ ਨੂੰ ਇੱਕ ਇੱਕ ਪ੍ਰਸ਼ਨ ਦੇ ਕੇ, 2-2 ਦੇ ਕੇ, 3-3 ਦੇ ਕੇ ਪ੍ਰਸ਼ਨ ਤੁਸੀਂ 5-7 ਕਰਵਾ ਦਿਓ, ਆਪਦੇ ਕੋਲੋਂ ਬਣਾ ਕੇ ਕਰਾ ਦਿਓ, ਲੇਕਿਨ ਉਹਨਾਂ ਦਾ ਸਟਾਈਲ ਇਹਦੇ ਮੁਤਾਬਕ ਹੋਵੇ ਤਾਂ ਕਿ ਬੱਚਾ ਇਹ ਕਨਫਿਊਜ਼ ਨਾ ਹੋਵੇ ਕਿ ਸਾਨੂੰ ਤਾਂ 4 ਆਪਸ਼ਨ ਦਿੱਤੀਆਂ ਸੀ, ਇੱਕ ਦਾ ਅਸੀਂ ਜਵਾਬ ਦੇਣਾ ਸੀ, ਇਹਦਾ ਪਤਾ ਨਹੀਂ ਕੀ ਆ ਗਿਆ, ਸੀਕੁਐਂਸ ਕੀ ਹੋ ਗਿਆ, ਮੈਪ ਕਿੱਦਾਂ ਆ ਗਿਆ। ਇਹਦੀ ਪ੍ਰੈਕਟਿਸ ਕਰਾਉਣੀ ਸਾਡੇ ਲਈ ਬਹੁਤ ਜ਼ਰੂਰੀ ਹੈ। ਔਰ ਇਸ ਦੇ ਨਾਲ ਨਾਲ ਮੈਂ ਆਪ ਜੀ ਨੂੰ ਬਹੁਤ ਇੰਪੋਰਟੈਂਟ ਗੱਲ ਦੱਸਣ ਜਾ ਰਿਹਾ ਕਿ ਬਹੁਤ ਸੱਜਣੇ ਸੋਚਦੇ ਆ ਕਿ MCQ ਵਾਲਾ ਕੰਮ ਬੜਾ ਸੌਖਾ ਹੋ ਗਿਆ, ਬੱਚੇ ਨੇ ਠੀਕੇ ਮਾਰਨੇ ਆ, ਪਾਸ। ਬਿਲਕੁਲ ਗਲਤ ਗੱਲ ਜੇ। ਪੜ੍ਹਾਈ ਅਸਲ ਜਿਹੜੀ ਹੈ ਉਹ ਹੁਣ ਹੋਣੀ ਹੈ। ਜੇ ਬੱਚੇ ਨੂੰ ਪੂਰੇ ਚੈਪਟਰ ਦਾ ਗਿਆਨ ਨਹੀਂ ਹੈ, ਤੁਸੀਂ MCQ ਦੇ ਪ੍ਰਸ਼ਨ ਪੱਤਰ ਮੈਂ ਤੁਹਾਨੂੰ ਬਣਾ ਕੇ ਦੇਤੇ, ਸੈਂਪਲ ਪੇਪਰ ਜਿਵੇਂ ਬਾਜ਼ਾਰ 'ਚ ਅੱਗੇ ਬਣਦੇ ਸੀਗੇ, 5 ਪੇਪਰ, 10 ਪੇਪਰ, ਕਿਸੇ ਨੇ 20 ਪੇਪਰ ਬਣਾ ਕੇ ਬਾਜ਼ਾਰ 'ਚ ਦੇ ਦੇਣੇ ਆ ਤੇ ਅਸੀਂ ਉਹਨਾਂ ਦੀ ਪ੍ਰੈਕਟਿਸ ਕਰਦੇ ਸੀ। ਤੁਹਾਨੂੰ 100 ਪੇਪਰ ਵੀ ਮੈਂ ਬਣਾ ਕੇ ਦੇ ਦਿਆਂ, ਲੇਕਿਨ MCQ ਉਹਨਾਂ ਤੋਂ ਵੀ ਬਾਹਰੋਂ ਆ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਫਿਰ ਆਪਾਂ ਤਿਆਰੀ ਕਿਵੇਂ? ਤਿਆਰੀ ਬਿਲਕੁਲ 101% ਤੁਹਾਨੂੰ ਪ੍ਰੋਪਰ ਕਿਤਾਬ ਤੋਂ ਲੈਸਨ ਪੜਾਉਣਾ ਪਏਗਾ। ਉਸ ਨੂੰ ਵਿਆਖਿਆ ਕਰਨੀ ਪੈਗੀ, ਕੱਲੇ ਪੈਰੇ ਦੀ, ਕੱਲੇ ਚੈਪਟਰ ਦੇ ਪਾਰਟ ਦੀ, ਔਰ ਉਸ ਤੋਂ ਬਾਅਦ ਉਹਦੇ ਤੇ ਬਣਨ ਵਾਲੇ ਪ੍ਰਸ਼ਨ ਜਿਹੜੇ ਨੇ ਪ੍ਰੋਪਰ ਢੰਗ ਨਾਲ ਯਾਦ ਕਰਾਉਣੇ ਪੈਣਗੇ। ਉਹਨਾਂ ਨੂੰ ਕਿਸੇ ਵੀ ਰੂਪ 'ਚ ਕਰਾਓ, ਚਾਹੇ ਉਹ ਛੋਟੇ ਕੁਐਸਚਨ ਨੇ, 1-1 ਨੰਬਰ ਦੇ ਕਰਕੇ ਯਾਦ ਕਰਾ ਦਿਓ। ਤੁਸੀਂ ਇਹ ਦੇਖੋ ਕਰਕੇ, ਅਗਰ ਇੱਕ ਲੈਸਨ ਦੇ ਵਿੱਚ 20 ਆਬਜੈਕਟਿਵ ਟਾਈਪ ਕੁਐਸਚਨ, 1-1 ਲਾਈਨ ਦੇ, ਪੰਜਾਬ ਦੀ ਰਾਜਧਾਨੀ ਕਿਹੜੀ ਹੈ, ਸਭ ਤੋਂ ਜ਼ਿਆਦਾ ਜਿਹੜਾ ਹੈ ਸਾਨੂੰ ਪਹਾੜਾਂ ਤੋਂ ਕਿਹੜੀ ਚੀਜ਼ ਪ੍ਰਾਪਤ ਹੁੰਦੀ ਹੈ, ਇਦਾਂ ਦੇ ਜਿਹੜੇ ਪ੍ਰਸ਼ਨ ਨੇ 1 ਲਾਈਨ ਦੇ, ਉਹ ਹਰ ਹਾਲਤ ਯਾਦ ਕਰਾਓ। ਅਗਰ ਉਹ 20 ਕੁਐਸਚਨ ਤੁਹਾਡੀ ਕਿਤਾਬ ਦੇ ਮਗਰ ਹੈਗੇ ਆ ਤਾਂ 20 ਦਾ ਬੱਚੇ ਨੂੰ ਗਿਆਨ ਹੋਣਾ ਚਾਹੀਦਾ। ਫਿਰ 20 ਤੇ 100 MCQ ਬਣ ਜਾਂਦਾ ਹੈ। ਸਵਾਲ 100 MCQ ਨੂੰ ਰੱਟਾ ਲਾਉਣ ਦਾ ਨਹੀਂ ਹੈਗਾ, ਉਹ ਬਿਲਕੁਲ ਗਲਤ ਆ, ਨਹੀਂ ਲੱਗ ਸਕਦਾ। ਕੋਈ ਵੀ ਪਬਲਿਸ਼ਰ, ਕੋਈ ਵੀ ਕਿਤਾਬ, ਕੋਈ ਵੀ ਬੋਰਡ ਨੇ ਵੀ ਬਹੁਤ MCQ ਜਿਹੜੇ ਨੇ ਉਹ ਸਾਈਡ ਤੇ ਪਾ ਕੇ ਭੇਜੇ ਨੇ। ਗਵਰਨਮੈਂਟ ਸਕੂਲਾਂ 'ਚ ਕਿਤਾਬਾਂ ਛਾਪ ਕੇ ਦਿੱਤੀਆਂ ਨੇ, 2-2, 300 ਸਫ਼ੇ ਦੀਆਂ ਸਾਰੀਆਂ ਕਲਾਸਾਂ ਨੂੰ ਵਰਕ ਬੁੱਕਸ ਦਿੱਤੀਆਂ ਨੇ, ਜਿਹੜੇ MCQs ਨਾਲ ਭਰੇ ਪਏ ਨੇ। ਔਰ ਮੈਂ ਇਹ ਦਾਅਵਾ ਕਰਦਾ ਵਾਂ ਕਿ ਕੋਈ ਗਰੰਟੀ ਨਹੀਂ ਉਹਦੇ 'ਚੋਂ MCQ ਜਿਹੜਾ ਆਵੇ ਉਹਦੇ ਵਿੱਚ ਕਿਤਾਬ 'ਚ ਹੋਵੇ ਹੀ ਨਾ, ਲੇਕਿਨ ਉਹ ਹੋਏਗਾ ਕਿੱਥੇ? ਤੁਹਾਡੇ ਚੈਪਟਰ ਦੇ ਅੰਦਰ। ਇਸ ਕਰਕੇ ਤੁਹਾਨੂੰ ਇਹ ਭੁੱਲ ਜਾਓ ਕਿ ਇਹ ਕੰਮ ਸੌਖਾ ਹੋ ਗਿਆ। ਹਾਂ, ਉਹ ਉਹਨਾਂ ਸੰਸਥਾਵਾਂ ਦਾ ਜਾਂ ਗਵਰਨਮੈਂਟ ਸਕੂਲਾਂ ਦਾ ਜਾਂ ਜਿਸ ਤਰ੍ਹਾਂ ਦਾ ਇਹਨਾਂ ਦਾ ਅੱਗੇ 100% ਵਾਲਾ ਸੌਦਾ ਹੈਗਾ, ਉਹ ਜ਼ਰੂਰ ਵਧੀਆ ਹੋ ਜਾਊਗਾ। ਬੜੇ ਸੌਖੇ ਜਿਹੜੇ ਨੰਬਰ ਆ ਜਾਣਗੇ। ਕਿਵੇਂ ਆਉਣਗੇ? ਕੋਈ ਬਾਹਲੀ ਮਿਹਨਤ ਨਹੀਂ ਕਰਨੀ ਪੈਣੀ ਕਿਸੇ ਨੂੰ। ਪਰ ਸਹੀ ਗਿਆਨ ਜਿਹੜਾ ਬੱਚੇ ਦਾ ਇਸ ਗੱਲ ਨਾਲ ਹੋਣਾ ਕਿ ਉਸਨੂੰ ਚੈਪਟਰ ਬਕਾਇਦਾ ਪੜ੍ਹਾਇਆ ਜਾਵੇ, ਉਹਦੇ 1 ਮਾਰਕਸ ਦੇ ਕੁਐਸਚਨ ਜਿਹੜੇ ਆ ਉਹਨੂੰ ਬਕਾਇਦਾ ਲਿਖਾਏ ਜਾਣ, ਪੜ੍ਹਾਏ ਜਾਣ, 2 ਮਾਰਕਸ ਦੇ ਕੁਐਸਚਨ ਕਰਾਏ ਜਾਣ, ਉਹਦੀਆਂ ਬਲੈਂਕਸ ਅਗਰ ਹੈਗੀਆਂ ਨੇ ਚੈਪਟਰ ਦੀਆਂ ਉਹ ਕਰਾਈਆਂ ਜਾਣ, ਉਹਦੇ ਮਿਲਾਨ ਹੈ ਉਹਨੂੰ ਕਰਾਏ ਜਾਣ, ਟਰੂ ਫਾਲਸ ਹੈ ਉਹ ਕਰਾਏ ਜਾਣ। ਉਹਨਾਂ ਦੇ ਨਾਲ ਜਿਹੜੇ ਨੇ ਪ੍ਰਸ਼ਨ ਬਣਦੇ ਨੇ। ਸੋ ਇਸ ਕਰਕੇ ਪੜ੍ਹਾਈ ਸੌਖੀ ਨਹੀਂ ਹੋਈ, ਪੇਪਰਾਂ ਦਾ ਪੈਟਰਨ ਸੌਖਾ ਨਹੀਂ ਹੋਇਆ। ਟੀਚਰਾਂ ਦਾ ਕੰਮ ਇਹ ਵੱਧ ਗਿਆ ਹੈ, ਬੱਚੇ ਦਾ ਇਹ ਕੰਮ ਵੱਧ ਗਿਆ ਕਿ ਉਸਨੂੰ ਆਪਣੇ ਲੈਸਨ ਦਾ ਪੂਰਨ ਗਿਆਨ ਹੋਣਾ ਚਾਹੀਦਾ।
ਤਦ ਹੀ ਉਹ ਪ੍ਰਸ਼ਨ ਜਿਹੜੇ ਹੈਗੇ ਆ MCQ ਦੀਆਂ ਜਿਹੜੇ ਸੈਂਪਲ ਪੇਪਰ 10 ਪਾ ਲਓ 20 ਪਾ ਲਓ ਜਿੰਨੇ ਮਰਜ਼ੀ ਪਾ ਲਓ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕੋਈ ਗਰੰਟੀ ਨਹੀਂ ਕਿ ਉਹਨਾਂ ਦੇ ਵਿੱਚੋਂ ਫਿਰ ਪ੍ਰਸ਼ਨ ਆ ਜਾਏ। ਪ੍ਰਸ਼ਨ ਕਿਤੋਂ ਵੀ ਆ ਸਕਦਾ, ਆਉਣਾ ਕਿੱਥੋਂ ਆ? ਲੈਸਨ ਚੋਂ। ਸੋ ਲੈਸਨ ਦਾ ਪੂਰਨ ਗਿਆਨ ਜਿਹੜਾ ਵਾ ਦੇਣਾ ਬਹੁਤ ਜ਼ਰੂਰੀ ਹੈ, ਔਰ ਬੱਚੇ ਨੂੰ ਉਸ ਲੈਸਨ ਦੇ ਨਾਲ ਹਰ ਇੱਕ ਪੱਖ ਤੋਂ ਜਿਹੜਾ ਹੈ ਉਹਦੀ ਤਿਆਰੀ ਜਿਹੜੀ ਕਰਵਾਈ ਜਾਵੇ। ਟੈਸਟ ਉਸੇ ਢੰਗ ਨਾਲ ਲਏ ਜਾਣ ਜਿਵੇਂ ਤੁਸੀਂ ਪਹਿਲਾਂ ਲੈਂਦੇ ਸੀ। ਉਸ ਤੋਂ ਬਾਅਦ ਤੁਸੀਂ MCQ ਦੀ ਪੈਟਰਨ ਦੱਸਣਾ ਹੈ, ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ। ਜਦੋਂ ਤੁਸੀਂ ਇਹ ਪੈਟਰਨ ਸਮਝਾ ਦਿੱਤਾ ਬੱਚੇ ਨੂੰ, ਲੈਸਨ ਬੱਚੇ ਨੂੰ ਆਉਂਦਾ ਹੈ, ਤਾਂ ਫਿਰ ਜਿੱਦਾਂ ਦਾ ਮਰਜ਼ੀ ਹੈ ਸਵਾਲ, ਫਿਰ ਕੋਈ ਸਾਡੀ ਚਿੰਤਾ ਵਾਲੀ ਗੱਲ ਨਹੀਂ ਹੈ। ਤੋ ਇਹ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਸੀ MCQs ਰਿਗਾਰਡਿੰਗ ਸੋਸ਼ਲ ਸਬਜੈਕਟਸ। ਹੁਣ ਆਪਾਂ ਕਰਾਂਗੇ ਜੀ ਵਿਸ਼ਾ ਭਾਸ਼ਾ ਨਾਲ ਸੰਬੰਧਿਤ, ਯਾਨੀ ਕਿ ਹਿੰਦੀ, ਪੰਜਾਬੀ ਔਰ ਅੰਗਰੇਜ਼ੀ ਨਾਲ। ਸੋ ਅੰਗਰੇਜ਼ੀ ਨਾਲ ਜਾਂ ਪੰਜਾਬੀ ਨਾਲ ਜਾਂ ਹਿੰਦੀ ਨਾਲ ਕਿਸੇ ਵੀ ਲੈਂਗੁਏਜ ਨਾਲ ਸੰਬੰਧਿਤ ਜਿਹੜੇ ਨੇ ਉਹ ਜਿੰਨੇ ਕਿ ਸਾਡੇ ਕੋਲੇ ਪੰਜਾਬ ਸਕੂਲ ਬੋਰਡ ਤੋਂ ਪ੍ਰਾਪਤੀ ਹੋਈ ਹੈ, ਜਾਂ ਜੋ ਅਸੀਂ CBSE ਨੂੰ ਦੇਖਿਆ ਹੈ, ਜਾਂ ਜੋ ਵੀ ਕਿਸੇ ਵੀ ਬੋਰਡ ਦੀ ਜਿਹੜੀ MCQ ਪੈਟਰਨ ਨੂੰ ਸਟੱਡੀ ਕੀਤੀ ਹੈ, ਉਹਦੇ 'ਚ ਅਸੀਂ ਦੇਖਦੇ ਹਾਂ ਕਿ ਐਸੇ, ਰਚਨਾ, ਲੇਖ ਯਾਨੀ ਕਿ ਲੈਟਰ ਔਰ ਐਪਲੀਕੇਸ਼ਨ, ਇਹਨਾਂ ਨਾਲ ਸੰਬੰਧਿਤ ਜਿਹੜੇ ਨੇ MCQ ਆਉਂਦੇ ਨੇ। ਜਦੋਂ ਸ਼ੁਰੂ 'ਚ MCQ ਦੀ ਗੱਲ ਹੋਈ ਸੀ ਤਾਂ ਸਾਨੂੰ ਵੀ ਬੜੀ ਹੈਰਾਨੀ ਹੋਈ ਸੀ ਵੀ ਲੇਖ ਤੇ ਕੀ ਪ੍ਰਸ਼ਨ ਬਣ ਜੂਗਾ ਜੀ, ਚਿੱਠੀ ਦੇ ਕੀ ਪ੍ਰਸ਼ਨ ਕੀ ਬਣ ਜਾਊਗਾ। ਬਣਦੇ ਨੇ, ਕਿਸ ਢੰਗ ਨਾਲ ਬਣਦੇ ਨੇ? ਜਿਵੇਂ ਮੈਂ ਸ਼ੁਰੂ 'ਚ ਗੱਲ ਕਹੀ ਸੀ ਕਿ ਤੁਹਾਡੇ ਮਾਈਂਡ 'ਚ ਪ੍ਰਸ਼ਨ ਦਾ ਜਵਾਬ ਕੀ ਹੈ, ਉਹ ਜੋ ਜਵਾਬ ਹੈ ਉਹਦੇ ਹੀ ਪ੍ਰਸ਼ਨ ਬਣਦੇ। ਫਾਰ ਐਗਜ਼ਾਮਪਲ ਤੁਸੀਂ ਲੇਖ ਆ, ਤੁਹਾਨੂੰ ਆ ਗਿਆ, ਤੁਹਾਡੇ ਸਿਲੇਬਸ ਬਕਾਇਦਾ ਲੇਖ ਦਿੱਤੇ ਗਏ ਨੇ, ਤੁਸੀਂ ਉਹਨਾਂ ਲੇਖਾਂ ਤੇ ਪ੍ਰੈਕਟਿਸ ਕਰਾਉਣੀ ਹੈ। ਮੰਨ ਲਓ ਦੀਵਾਲੀ ਦਾ ਲੇਖ 8ਵੀਂ ਦੇ ਵਿੱਚ ਦਿੱਤਾ ਉਹਨਾਂ ਨੇ ਜਾਂ 10ਵੀਂ ਦੇ ਵਿੱਚ, ਤੋ ਲੇਖ ਜਿਹੜਾ ਹੈ ਦੀਵਾਲੀ ਦਾ ਲੇਖ ਹੈ, ਉਹਦੇ ਤੇ ਇੱਕ ਤਾਂ ਇਹਨਾਂ ਨੇ ਪੈਟਰਨ ਇਹ ਦਿੱਤਾ ਵਾ ਬਿਲਕੁਲ ਕਿ ਪਹਿਰਾ ਦੇਣਾ ਵਾ ਲੇਖ ਦੇ ਵਿੱਚੋਂ। ਅਗਰ ਗ੍ਰਾਮਰ ਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਹੈ, ਤੁਹਾਨੂੰ ਗ੍ਰਾਮਰ ਬੁੱਕ ਸਾਰਿਆਂ ਨੂੰ ਹੈ, ਹਿੰਦੀ ਦੀ, ਪੰਜਾਬੀ ਦੀ, ਅੰਗਰੇਜ਼ੀ ਦੀ, ਆਲ ਕਲਾਸਿਸ ਨੂੰ ਗ੍ਰਾਮਰ ਬੁੱਕ ਪੰਜਾਬ ਦੀ ਪ੍ਰਿਸਕ੍ਰਾਈਬਡ ਲੱਗੀ ਹੋਈ ਹੈ। ਉਹਦੇ ਵਿੱਚੋਂ ਅਗਰ ਐਸੇ ਉਹਨਾਂ ਨੇ ਬਕਾਇਦਾ ਮੈਂਸ਼ਨ ਕੀਤੇ ਨੇ ਕਿ ਫਲਾਣੇ ਐਸੇ ਹੋਣਗੇ, ਉਹਦੇ ਵਿੱਚੋਂ ਇੱਕ ਪੈਰਾ ਦਿੱਤਾ ਜਾਏਗਾ। ਪੈਰਾ ਦੇ ਕੇ ਉਹ ਕੰਪਰੀਹੈਂਸ਼ਨ ਉਹ ਆਪਾਂ ਪਹਿਲਾਂ ਕਰ ਚੁੱਕੇ ਹਾਂ। ਕੰਪਰੀਹੈਂਸ਼ਨ ਬੇਸ ਜਿਹੜਾ ਵਾ ਉਹ ਬੜਾ ਸਿੰਪਲ ਹੁੰਦਾ ਕਿ ਪੈਰਾ ਹੈਗਾ, ਪੈਰੇ ਦੇ ਵਿੱਚ ਜੋ ਵੀ ਘਟਨਾ ਵਾਪਰੀ ਹੈ ਜਾਂ ਜੋ ਇਸ ਗੱਲ ਦੀ ਵਿਆਖਿਆ ਕੀਤੀ ਹੈ ਉਹਦੇ ਆਧਾਰ ਤੇ ਪ੍ਰਸ਼ਨ ਬਣ ਜਾਂਦੇ ਨੇ, ਉਹ ਬੱਚਾ ਸੌਖੇ ਹੋ ਕੇ ਦੇ ਦਿੰਦਾ। ਇਸ ਤੋਂ ਬਿਨਾਂ ਲੇਖ ਦੇ ਜਿਹੜਾ ਵਿਸ਼ਾ ਵਸਤੂ ਹੈ ਉਹਦੇ ਨਾਲ ਸੰਬੰਧਿਤ MCQ ਬਣਦੇ ਨੇ। ਦੀਵਾਲੀ ਦਾ ਲੇਖ ਲਿਖ ਰਿਹਾ ਤਾਂ ਇੱਕ ਸਿੰਪਲ ਜਿਹਾ ਕੁਐਸਚਨ ਹੈ, ਕਿਹੜਾ ਤਿਉਹਾਰ ਹੈ ਜਿਹੜਾ ਦੁਸਹਿਰੇ ਤੋਂ 20 ਦਿਨ ਬਾਅਦ ਆਉਂਦਾ ਹੈ? ਤਾਂ ਉਹਦੇ ਥੱਲੇ ਲੋਹੜੀ, ਮਾਘੀ ਤੇ ਉਹ ਪਾ ਕੇ ਨਾਲ ਅਸੀਂ ਦੀਵਾਲੀ ਦੇ ਦਿੰਦੇ ਹਾਂ। ਤਾਂ ਇਹ ਪ੍ਰਸ਼ਨ ਸਿੱਧਾ ਦੀਵਾਲੀ ਨਾਲ ਹੈ, ਕਿਉਂਕਿ ਬੱਚੇ ਨੇ ਲਿਖਦੇ ਸਮੇਂ ਲਿਖਣਾ ਕਿ ਦੁਸਹਿਰੇ ਤੋਂ 20 ਦਿਨ ਬਾਅਦ ਦੀਵਾਲੀ ਮਨਾਈ ਜਾਂਦੀ ਹੈ। ਇਸੇ ਤਰ੍ਹਾਂ ਕਿਹੜੀ ਤਿਉਹਾਰ ਹੈ ਜਿੱਥੇ ਲੋਕ ਘਰਾਂ 'ਚ ਦੀਪਮਾਲਾ ਕਰਦੇ ਹਨ? ਉਹਦੇ 'ਚ ਆਪਸ਼ਨਾਂ ਦਿੱਤੀਆਂ ਜਾ ਸਕਦੀਆਂ ਨੇ। ਤੋ ਇਸ ਤਰ੍ਹਾਂ ਦੇ ਪ੍ਰਸ਼ਨ ਜਿਹੜੇ ਨੇ ਘਟਨਾ ਦੇ ਆਧਾਰ ਹੋ ਸਕਦੇ ਨੇ। ਰਾਮਚੰਦਰ ਨਾਲ ਸੰਬੰਧਿਤ ਕੋਈ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ, ਉਹਦੇ ਪਿਤਾ ਦਾ ਨਾਮ ਪੁੱਛਿਆ ਜਾ ਸਕਦਾ ਹੈ। ਤੋ ਕੀ ਬੱਚੇ ਨੂੰ ਉਸ ਦਾ ਨੌਲੇਜ ਹੈ? ਇੱਥੋਂ ਇਹ ਚੀਜ਼ ਪਰਖ ਹੁੰਦੀ ਹੈ ਆਬਜੈਕਟਿਵ ਟਾਈਪ ਨਾਲ। ਆਪਾਂ ਸੋਚਦੇ ਸੀ ਵੀ ਲੇਖ ਪੂਰਾ ਲਿਖੂਗਾ ਤਾਂ ਸਮਝ ਆ ਕਿ ਬੱਚੇ ਨੂੰ ਲੇਖ ਆਉਂਦਾ, ਨਹੀਂ, ਬੱਚੇ ਦੇ ਮਨ 'ਚ ਇਹਨਾਂ ਪ੍ਰਸ਼ਨ। ਜੀ ਸਰ ਜੀ, ਸੋ ਜੀ ਸਰ ਜੀ, नहीं सर कंटिन्यू करो जी जी। हाँ जी सर कंटिन्यू जी। और कुछ मैंबर साहब ਨੂੰ ਥੋੜਾ ਡਿਸਟਰੈਕਸ਼ਨ ਹੋ ਰਹੀ ਸੀ, ਕਹਿੰਦੇ ਕਨੈਕਟ ਨਹੀਂ ਹੋ ਪਾ ਰਿਹਾ, ਉਹਨਾਂ ਦੇ ਨੈਟਵਰਕ ਇਸ਼ੂ ਹੋਏਗਾ ਕੋਈ। ਆਪਾਂ ਕੰਟੀਨਿਊ ਕਰਦੇ ਹਾਂ ਜੀ। ਮੇਰੀ ਆਵਾਜ਼ ਠੀਕ ਆ ਰਹੀ ਹੈ ਨਾ ਜੀ? ਹਾਂਜੀ ਹਾਂਜੀ ਸਰ, ਆਡੀਬਲ ਜੀ। ਉਸ ਤੋਂ ਬਾਅਦ ਹੈ ਜੀ ਪੱਤਰ ਚਿੱਠੀ ਨਾਲ ਸੰਬੰਧਿਤ MCQs। ਇਹਦੀ ਪ੍ਰੈਕਟਿਸ ਵੀ ਟੀਚਰਸ ਨੇ ਕਰਾਉਣੀ ਹੈ। ਪੱਤਰ ਜਿਹੜਾ ਹੁੰਦਾ ਹੈ ਉਹ ਉਹਦੇ ਅੰਦਰ ਕੇਵਲ 3 ਪਾਰਟ ਹੁੰਦੇ ਨੇ, ਉਹਦਾ ਮੁੱਖ, ਉਸਦਾ ਮੱਧ ਭਾਗ ਤੇ ਉਹਦਾ ਅੰਤਮ ਭਾਗ। ਤੋਂ ਮੱਧ ਭਾਗ 'ਚ ਆਪਾਂ ਸ਼ੁਰੂ ਤੋਂ ਸਿਖਾਉਂਦੇ ਆ ਵੀ ਕਿਹਨੂੰ ਲਿਖਣਾ, ਕਿਵੇਂ ਸੰਬੋਧਨ ਕਰਨਾ, ਉਹਦਾ ਨਾਂ ਕਿੱਧਰ ਲਿਖਣਾ, ਉਹਦਾ ਐਡਰੈਸ ਕਿੱਧਰ ਲਿਖਣਾ, ਕਿਹਨੂੰ ਲਿਖਣਾ, ਕਿਵੇਂ ਲਿਖਣਾ। ਇਹਦੇ ਤੇ ਪ੍ਰਸ਼ਨ ਬਣਨੇ। ਜਿਵੇਂ ਇੱਥੇ ਸੈਂਪਲ ਦਿੱਤਾ ਹੋਇਆ ਤੁਹਾਨੂੰ, ਕਾਰ ਵਿਹਾਰ ਦੇ ਪੱਤਰ ਲਿਖਣ ਵਾਲੇ ਦਾ ਪਤਾ ਕਿੱਥੇ ਲਿਖਿਆ ਜਾਂਦਾ ਹੈ? ਦੇਖਿਆ, ਇਹ ਮੁੱਖ ਨਾਲ ਹੈ, ਲੈਟਰ ਦੇ ਮੁੱਖ ਨਾਲ ਹੈ। ਉਹਦੇ ਸ਼ੁਰੂ ਸੱਜੇ ਪਾਸੇ ਲਿਖਿਆ ਜਾਂਦਾ, ਉਹਦੇ ਵਿਚਾਲੇ ਲਿਖਿਆ ਜਾਂਦਾ, ਉਹਦੇ ਅੰਤ ਤੇ ਲਿਖਿਆ ਜਾਂਦਾ ਕਿ ਲਿਖਿਆ ਨਹੀਂ ਜਾਂਦਾ।
ਤਾਂ ਇਹ ਆਪਸ਼ਨ ਆਉਣਗੀਆਂ, ਕਿਉਂਕਿ ਪੱਤਰ ਕਿਵੇਂ ਲਿਖਿਆ ਜਾਂਦਾ ਬੱਚੇ ਨੂੰ ਵੀ ਪਤਾ ਹੋਣਾ ਚਾਹੀਦਾ ਉਹਦੇ ਆਧਾਰ ਤੇ। ਇਸੇ ਤਰ੍ਹਾਂ ਸਵੈ ਰੁਜ਼ਗਾਰ ਚਲਾਉਣ ਲਈ ਤੁਸੀਂ ਕਰਜ਼ਾ ਲੈਣਾ ਬੈਂਕ ਤੋਂ, ਤੁਸੀਂ ਪੱਤਰ ਕਿਹਨੂੰ ਲਿਖੋਗੇ? ਕਲਰਕ ਨੂੰ ਲਿਖੋਗੇ, ਚਪੜਾਸੀ ਨੂੰ ਲਿਖੋਗੇ, ਕੈਸ਼ੀਅਰ ਨੂੰ ਲਿਖੋਗੇ, ਜਾਂ ਮੈਨੇਜਰ ਸ਼ਾਖਾ ਪ੍ਰਬੰਧਕ ਨੂੰ ਲਿਖੋਗੇ। ਲਾਇਬ੍ਰੇਰੀ ਦੀਆਂ ਪੁਸਤਕਾਂ ਮੰਗਾਉਣੀਆਂ ਨੇ, ਉੱਪਰ ਕਰੋ ਜੀ। ਲਾਇਬ੍ਰੇਰੀ ਦੀਆਂ ਪੁਸਤਕਾਂ ਮੰਗਾਉਣ ਲਈ ਸੰਬੰਧੀ ਕੰਡੀਸ਼ਨਾਂ ਦੀ ਮੰਗ ਕਿਸ ਤੋਂ ਕੀਤੀ ਜਾਵੇ, ਉੱਪਰ ਕਰਨਾ ਜਗਦੇਵ ਜੀ। ਜੀ, ਤਾਂ ਉਹ ਪੁਸਤਕ ਵਿਕਰੇਤਾ, ਬੈਂਕ ਮੈਨੇਜਰ ਪ੍ਰਯਾਸ ਕਰਦਾ, ਲਾਈਕ ਦੈਟ। ਇਹ ਚੀਜ਼ਾਂ ਉਹ ਨੇ। ਸੰਬੋਧਨ ਕਿਹਨੂੰ ਕਰਨਾ ਹੈ, ਵਿਸ਼ਾ ਵਸਤੂ ਉਹਦੀ ਕੀ ਹੋਏਗੀ, ਅੰਤ ਦੇ ਵਿੱਚ ਉਹਨੂੰ ਕੀ ਲਿਖਣਾ ਹੈ। ਤੁਸੀਂ ਆਪਣੇ ਦਾਦਾ ਜੀ ਨੂੰ ਪੱਤਰ ਲਿਖਿਆ ਹੈ ਤਾਂ ਥੱਲੇ ਤੁਸੀਂ ਆਪਦਾ ਆਗਿਆਕਾਰ ਲਿਖੋਗੇ, ਆਪਣਾ ਪਿਆਰਾ ਪੋਤਰਾ ਲਿਖੋਗੇ, ਆਪਣਾ ਪਿਤਾ ਜੀ, ਜੋ ਵੀ ਤੁਹਾਡਾ ਬਣਦਾ ਉਹ 4 ਆਪਸ਼ਨ ਦਿੱਤੀਆਂ ਜਾਣਗੀਆਂ। तो दिस वे टीचर्स ਦੇ ਮਨ 'ਚ ਬਣਾ ਲੈਣ ਕਿ ऑब्जेक्टिव टाइप क्वेश्चन, मल्टीपल चॉइस क्वेश्चन ਲਿਖ ਤੇ ਵੀ ਆਉਣਗੇ, ਇਸ ਢੰਗ ਨਾਲ ਆਉਣਗੇ, ਤੇ ਐਪਲੀਕੇਸ਼ਨ ਪੱਤਰਾਂ ਤੇ ਵੀ ਆਉਣਗੇ। ਉਹਨਾਂ ਹੀ ਪੱਤਰਾਂ ਤੇ ਆਉਣਗੇ, ਉਹੀ ਪੱਤਰ ਅਸੀਂ ਪਾਏ ਨੇ, ਦੱਸੇ ਨੇ ਪੋਲਸਟਾਰ ਦੇ ਵਿੱਚ, ਜਿਹੜੇ ਸਿਲੇਬਸ ਸੀਗੇ। ਪੋਲਸਟਾਰ ਦੇ ਅੰਦਰ ਸਾਰੇ ਸਿਲੇਬਸ ਨਾਲ ਸੰਬੰਧਿਤ ਕੱਲੇ ਪੱਤਰ ਦੇ ਆਧਾਰ ਤੇ ਜਿੰਨੇ ਪ੍ਰਸ਼ਨ ਬਣ ਸਕਦੇ ਆ ਉਹ ਸੋਲਵ ਕੀਤੇ ਹੋਏ ਉਹ ਤੁਹਾਨੂੰ ਮਿਲਣਗੇ। ਉਸ ਤੋਂ ਬਿਨਾਂ ਅਸੀਂ ਕੋਈ ਲੈਟਰ ਦੀ ਤਿਆਰੀ ਨਹੀਂ ਕਰਨੀ, ਕੇਵਲ ਜਿਹੜੇ ਲੈਟਰ ਬੋਰਡ ਨੇ ਦਿੱਤੇ ਨੇ ਉਹਨਾਂ ਦੀ ਗੱਲ ਕਰਨੀ ਹੈ। ਤੋ ਇਹ ਐਸੇ ਲੈਟਰ ਸਟੂਡੈਂਟ ਨਾਲ ਸੰਬੰਧਿਤ ਪ੍ਰਸ਼ਨ ਜਿਹੜੇ ਨੇ ਉਹ ਪੰਜਾਬੀ 'ਚ ਵੀ ਹੋਣਗੇ, ਹਿੰਦੀ 'ਚ ਵੀ ਹੋਣਗੇ ਔਰ ਅੰਗਰੇਜ਼ੀ 'ਚ ਵੀ ਸੇਮ ਪੈਟਰਨ ਹੋਏਗਾ। ਇਸ ਤੋਂ ਬਾਅਦ ਆ ਗਿਆ ਜੀ ਸੰਖੇਪ ਰਚਨਾ, ਜਿਹਨੂੰ ਅਸੀਂ ਇੰਗਲਿਸ਼ 'ਚ ਪ੍ਰੈਸੀ ਕਹਿੰਦੇ ਹਾਂ। ਤਾਂ ਪ੍ਰੈਸੀ ਨਾਲ ਸੰਬੰਧਿਤ, ਪ੍ਰੈਸੀ ਦੇਖੋ ਪੰਜਾਬੀ ਦੇ ਤਕਰੀਬਨ 10ਵੀਂ 12ਵੀਂ ਸਾਰੀਆਂ ਕਲਾਸਾਂ 'ਚ ਆਉਂਦੀ ਹੈ, ਇੰਗਲਿਸ਼ 'ਚ ਆਉਂਦੀ ਹੈ 10ਵੀਂ 12ਵੀਂ ਦੇ ਵਿੱਚ। ਤਾਂ ਇਹ ਪ੍ਰੈਸੀ ਨਾਲ ਸੰਬੰਧਿਤ ਅਸੀਂ ਜਾਣਦੇ ਹਾਂ ਕਿ 2-3 ਕੁਐਸਚਨ ਸਾਡੇ ਮਾਈਂਡ 'ਚ ਹੁੰਦੇ ਆ, ਜਿਹੜੇ ਅੱਗੇ ਵੀ ਆਪਾਂ ਕਰਦੇ ਆ ਕਿ ਪਹਿਰਾ ਦਿੱਤਾ ਜਾਏਗਾ, ਅਸੀਂ ਉਹਦਾ ਹੈਡਿੰਗ ਚੂਜ਼ ਕਰਨਾ। 4 ਹੈਡਿੰਗ ਦਿੱਤੇ ਹੋਣਗੇ, 1 ਕਰੈਕਟ ਹੋਏਗਾ, 3 ਗਲਤ ਹੋਣਗੇ। ਸਭ ਤੋਂ ਪਹਿਲਾਂ ਇਹ ਪ੍ਰਸ਼ਨ ਆਏਗਾ ਹੀ ਹੈ ਪ੍ਰੈਸੀ ਰਚਨਾ ਦਾ। ਜਿੱਥੇ ਵੀ ਪ੍ਰਸ਼ਨ ਆ ਗਿਆ ਤਾਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਪ੍ਰਸ਼ਨ ਪੁੱਛਿਆ ਜਾਏਗਾ ਕਿ ਇਸ ਦਾ ਸਿਰਲੇਖ ਕੀ ਹੈ। ਨੰਬਰ 2 ਤੇ ਉਹਦੇ ਵਿਸ਼ਾ ਵਸਤੂ ਬਾਰੇ ਕੋਈ ਗੱਲ ਪੁੱਛੀ ਜਾ ਸਕਦੀ ਹੈ, ਉਹਦੇ ਅੰਦਰ ਵਿਸ਼ਾ ਵਸਤੂ ਕੀ ਹੈ। ਉਸ ਤੋਂ ਬਾਅਦ ਪ੍ਰੈਸੀ ਦੇ ਨਿਯਮਾਂ ਨਾਲ ਸੰਬੰਧਿਤ ਕੋਈ ਗੱਲ ਪੁੱਛੀ ਜਾ ਸਕਦੀ ਹੈ। ਪ੍ਰੈਸੀ ਦੇ ਵਿੱਚ ਆਉਣ ਵਾਲੀ ਕਿਸੇ ਉਦਾਹਰਣ ਨੂੰ ਅਸੀਂ ਸੰਖੇਪ ਰਚਨਾ ਬਣਾਉਣ ਸਮੇਂ ਵਰਤ ਸਕਦੇ ਹਾਂ, ਨਹੀਂ ਵਰਤ ਸਕਦੇ, ਏਦਾਂ ਦੇ ਪ੍ਰਸ਼ਨ ਆ ਸਕਦੇ ਆ। ਪ੍ਰੈਸੀ ਦੇ ਵਿੱਚ ਫਸਟ ਪਰਸਨ ਨੂੰ ਯੂਜ਼ ਕਰ ਸਕਦੇ ਆ, ਹਾਂ ਨਾ ਜੋ ਵੀ ਹੋਊਗਾ ਉਹਦੀਆਂ ਆਪਸ਼ਨ ਦਿੱਤੀਆਂ ਹੋਣਗੀਆਂ। ਤੋ ਇਸ ਤਰ੍ਹਾਂ ਪ੍ਰੈਸੀ ਨਾਲ ਸੰਬੰਧਿਤ 2-3 ਕੁਐਸਚਨ ਹੀ ਜ਼ਿਆਦਾ ਬਣਦੇ ਨੇ। ਪਹਿਲਾ ਕੁਐਸਚਨ ਲਾਜ਼ਮੀ ਹੈਡਿੰਗ ਦਾ ਹੋਏਗਾ, ਦੂਜਾ ਉਹਦੇ ਵਿਸ਼ੇ ਵਸਤੂ ਨਾਲ ਸੰਬੰਧਿਤ ਹੋਏਗਾ, ਤੀਸਰਾ ਪ੍ਰਸ਼ਨ ਉਹਦੇ ਨਿਯਮਾਂ ਨਾਲ ਕੋਈ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ। ਦੈਟ ਮੀਨਸ ਟੀਚਰ ਨੂੰ ਜਿਵੇਂ ਲੈਸਨ ਪੜ੍ਹਾਉਣੇ ਬਹੁਤ ਜ਼ਰੂਰੀ ਹੋ ਗਏ, ਉਸ ਤਰ੍ਹਾਂ ਟੀਚਰ ਨੂੰ ਸੰਖੇਪ ਰਚਨਾ ਦੇ ਨਿਯਮ ਸਿਖਾਉਣੇ ਵੀ ਜ਼ਰੂਰੀ ਨੇ। ਉਸ ਨੂੰ ਸੰਖੇਪ ਰਚਨਾ ਕਿੰਨੇ ਸ਼ਬਦਾਂ ਦੀ ਹੋਣੀ ਚਾਹੀਦੀ ਹੈ, ਕਿੰਨਵਾਂ ਹਿੱਸਾ ਹੋਣਾ ਚਾਹੀਦਾ, ਜੋ ਵੀ ਨਿਯਮ 10-12 ਨਿਯਮ ਤੁਹਾਡੀ ਗ੍ਰਾਮਰ ਬੁੱਕ ਤੇ ਅਵੇਲੇਬਲ ਨੇ, ਇੰਗਲਿਸ਼ ਬੁੱਕ ਤੇ ਵੀ ਅਵੇਲੇਬਲ ਨੇ, ਪੰਜਾਬੀ 'ਚ ਵੀ ਅਵੇਲੇਬਲ ਨੇ, ਉਹ ਬੱਚੇ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ। ਫਿਰ ਸੰਖੇਪ ਰਚਨਾ ਦਾ ਕਿਹੋ ਜਿਹਾ ਮਰਜ਼ੀ ਪ੍ਰਸ਼ਨ ਆ ਜਾਵੇ ਉਹ ਆਪਾਂ ਕਰ ਸਕਦੇ ਹਾਂ। ਇਸ ਤੋਂ ਅੱਗੇ ਹੈ ਜੀ ਵਿਆਕਰਨ ਸੰਬੰਧੀ MCQ। ਤਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਪਹਿਲਾਂ ਆਪਾਂ ਸੋਸ਼ਲ ਵਿਸ਼ਿਆਂ ਦੀ ਗੱਲ ਕੀਤੀ ਜੀ, ਹੁਣ ਆਪਾਂ ਲੈਂਗੁਏਜਸ ਦੀ ਗੱਲ ਕਰ ਰਹੇ ਹਾਂ। ਤੇ ਮਾਈਂਡ 'ਚ ਲੈ ਕੇ ਚੱਲੋ ਕਿ ਆਪਾਂ ਅੰਗਰੇਜ਼ੀ ਦੀ ਵੀ ਗੱਲ ਕਰ ਰਹੇ ਹਾਂ, ਪੰਜਾਬੀ ਦੀ ਵੀ ਗੱਲ ਕਰ ਰਹੇ ਹਾਂ, ਹਿੰਦੀ ਦੀ ਵੀ ਗੱਲ ਕਰ ਰਹੇ ਹਾਂ। ਤਾਂ ਵਿਆਕਰਨ ਨਾਲ ਸੰਬੰਧਿਤ ਆਪਾਂ ਸਾਰੇ ਜਾਣਦੇ ਹਾਂ ਕਿ ਲਿੰਗ ਬਦਲੋ ਹੈ, ਵਚਨ ਬਦਲੋ ਹੈ, ਔਰ ਸਾਡੇ ਕੋਲ ਈਡੀਅਮ ਫਰੇਜ਼ਸ ਨੇ। ਸਾਡੇ ਕੋਲੇ ਇੰਗਲਿਸ਼ ਦੇ ਵਿੱਚ ਜਿਹੜੀ ਹੈ ਉਹ 8 ਜਾਂ 10 ਟੌਪਿਕ ਨੇ 10ਵੀਂ ਦੇ ਵਿੱਚ, ਇੰਗਲਿਸ਼ ਦੇ 12ਵੀਂ ਦੇ ਵਿੱਚ 6 ਟੌਪਿਕ ਨੇ, ਪੰਜਾਬੀ ਦੇ ਵਿੱਚ ਕਿੰਨੇ ਟੌਪਿਕ ਨੇ ਉਹਨਾਂ ਦੀਆਂ ਆਪਸ਼ਨਾਂ ਦਿੱਤੀਆਂ ਹੋਣਗੀਆਂ। ਬਹੁਤ ਸ਼ਬਦਾਂ ਦੀ ਥਾਂ ਇੱਕ ਸ਼ਬਦ, ਟੋਨੀਮਸ, ਸਿਨੋਨਿਮਸ ਇੰਗਲਿਸ਼ ਦੇ ਵਿੱਚ ਇੱਕ ਲਿੰਗ ਦੇ ਕੇ ਬਦਲ ਨਹੀਂ ਕਿਹਾ ਜਾਏਗਾ। ਥੱਲੇ 4 ਆਪਸ਼ਨਾਂ ਹੋਣਗੀਆਂ, ਮਾਮੇ ਦਾ ਲਿੰਗ, ਠੀਕ ਹੈ ਜੀ, ਜਾਂ ਬਹੁਵਚਨ ਜਿਹੜੇ ਆ ਇੱਕ ਦੀ ਥਾਂ ਤੇ ਵੱਧ ਦਿੱਤੇ ਹੋਣਗੇ। ਜਾਣੀ ਗ੍ਰਾਮਰ ਦੇ ਜਿੰਨੇ ਟੌਪਿਕ ਤੁਹਾਡੇ ਸਿਲੇਬਸ 'ਚ ਹਨ, ਔਰ ਇਹ ਟੌਪਿਕ ਤੁਹਾਡੇ ਬਕਾਇਦਾ ਜਿੱਥੇ ਪੰਜਾਬ ਬੋਰਡ ਦੀ ਸਾਈਡ ਆ ਉਹਦੇ ਤੇ ਦਿੱਤੇ ਹੋਏ ਨੇ, ਉਹਨਾਂ ਦੀ ਤੁਸੀਂ ਪ੍ਰੈਕਟਿਸ ਕਰਾਉਣੀ ਆ।
ਸੋ ਮੈਂ ਇਹ ਦੱਸਣਾ ਚਾਹੁੰਦਾ ਵਾਂ ਵੀ ਤੁਸੀਂ ਇਹ ਨਾ ਸੋਚੋਗੇ ਤੁਸੀਂ 200 ਜਿਹੜੇ ਲਿੰਗ ਬਿਲਿੰਗ ਬਦਲਦੇ ਤਾਂ ਹੁਣ ਕਾਮਯਾਬ ਹੋਗੇ। ਨਹੀਂ, ਤੁਸੀਂ ਬੱਚਿਆਂ ਨੂੰ ਕਿਸ ਚੀਜ਼ ਨੇ ਆਉਣਾ ਹੈ ਤੇ ਕਿਸ ਢੰਗ ਨਾਲ ਉਹਨੂੰ ਅਟੈਂਪਟ ਕਰਨਾ ਇਹ ਸਿਖਾਉਣਾ ਜ਼ਰੂਰੀ ਹੈ। ਬਾਕੀ ਤਾਂ ਉਹਨਾਂ ਨੂੰ ਸਿਲੇਬਸ ਤੋਂ ਬਾਹਰ ਜਾਣ ਦੀ ਲੋੜ ਨਹੀਂ, ਉਹਦੇ ਨਾਲ ਹੀ ਉਹਨਾਂ ਦਾ ਕੰਮ ਹੱਲ। ਸੋ ਇਸ ਤੋਂ ਬਾਅਦ ਇੱਕ ਇੰਪੋਰਟੈਂਟ ਹੈ ਪਾਠਾਂ ਸੰਬੰਧੀ MCQ। ਸੋ ਆਪਾਂ ਜਾਣਦੇ ਹਾਂ ਵੀ ਲੈਸਨ ਪੜਾਉਣ ਤੋਂ ਬਾਅਦ ਕੁਐਸਚਨ ਹੁੰਦੇ ਨੇ ਤੇ ਕੁਐਸਚਨ ਜਿਹੜੇ ਨੇ ਉਹ ਚੈਪਟਰ ਦੇ ਆਧਾਰ ਤੇ ਹੁੰਦੇ ਨੇ। ਫਿਰ ਉਹੀ ਗੱਲ ਹੈ, ਅਗਰ ਤੁਸੀਂ ਚੈਪਟਰ ਅੱਛੀ ਤਰ੍ਹਾਂ ਪੜ੍ਹਾਇਆ, ਚਾਹੇ ਉਹ ਪ੍ਰੇਮੀ ਦੇ ਨਿਆਣੇ ਕਹਾਣੀ ਹੈ, ਚਾਹੇ ਤੁਹਾਡਾ ਇੰਗਲਿਸ਼ ਦਾ ਜਿਹੜਾ ਕੋਈ ਬੈਡ ਨੰਬਰ 29 ਹੈ, ਚਾਹੇ ਕੋਈ ਕਿਸੇ ਕਵਿਤਾ ਹੈ, ਅਗਰ ਤੁਸੀਂ ਕਵਿਤਾ ਨੂੰ ਥਾਰੋਲੀ ਪੜ੍ਹਾ ਕੇ ਸਮਝਾਇਆ ਹੈ, ਫਿਰ MCQ ਕਿਵੇਂ ਮਰਜੀ ਆ, ਉਹਦੇ 'ਚ ਇੱਕ ਡਾਇਰੈਕਟ ਕੁਐਸਚਨ ਪਾ ਕੇ ਉਹਦੇ ਤੇ ਤੁਹਾਡੇ ਤੋਂ 4 ਆਪਸ਼ਨ ਦਿੱਤੀਆਂ ਜਾਣਗੀਆਂ, ਉਹਨਾਂ 'ਚੋਂ ਇੱਕ ਆਨਸਰ ਠੀਕ ਹੋਏਗਾ, ਉਹਦੇ ਤੇ ਕਰਨਾ ਹੈ। ਇਹ ਪਾਠਾਂ ਦੇ ਆਧਾਰ ਤੇ ਪੰਜਾਬੀ 'ਚ ਵੀ ਆਉਣੇ ਨੇ, ਹਿੰਦੀ 'ਚ ਵੀ ਆਉਣੇ ਨੇ, ਇੰਗਲਿਸ਼ 'ਚ ਵੀ ਆਉਣੇ ਨੇ। ਇਹਨਾਂ ਪਾਠਾਂ ਦੇ ਅੰਦਰ ਜਿਹੜੀਆਂ ਕਵਿਤਾਵਾਂ ਨੇ, ਘਬਰਾਉਣ ਦੀ ਕੋਈ ਗੱਲ ਨਹੀਂ। 6-7 ਲੈਸਨ ਤੋਂ ਵੱਧ 8ਵੀਂ ਇੰਗਲਿਸ਼ ਦੇ ਨਹੀਂ ਹੈਗੇ, ਔਰ 10-12 ਤੋਂ ਵੱਧ ਹਿੰਦੀ ਪੰਜਾਬੀ ਦੇ ਲੈਸਨ ਨਹੀਂ ਹੈਗੇ। ਸਾਰੇ ਲੈਸਨ ਚੰਗੀ ਤਰ੍ਹਾਂ ਪੜਾਉਣੇ ਨੇ। ਸਾਰੇ ਲੈਸਨਾਂ ਦੇ ਆਧਾਰ ਤੇ ਜਿਹੜੇ ਕੁਐਸਚਨ ਨੇ ਉਹ ਬੱਚਿਆਂ ਨੂੰ ਯਾਦ ਕਰਾਉਣੇ ਨੇ, ਇਹ ਜ਼ਰੂਰੀ ਹੈ। ਪੋਲ ਸਟਾਰ ਨੇ ਇਹੀ ਕੰਮ ਕੀਤਾ ਕਿ MCQ ਪੈਟਰਨ ਪਾਉਣ ਤੋਂ ਪਹਿਲਾਂ ਹਰ ਲੈਸਨ ਨੂੰ ਚੰਗੀ ਤਰ੍ਹਾਂ ਵਿਆਖਿਆ ਕੀਤੀ ਹੈ। ਉਸਦੇ ਛੋਟੇ ਕੁਐਸਚਨ, ਉਹਦੇ ਵੱਡੇ ਕੁਐਸਚਨ, ਉਹਦੀਆਂ ਬਲੈਂਕਸ, ਉਹਦੇ 'ਚ ਜਿੰਨੇ ਵੀ ਲਿੰਗ ਬਦਲੋ ਆ, ਵਚਨ ਬਦਲੋ ਆ, ਗ੍ਰਾਮਰ ਹੈ, ਇੰਗਲਿਸ਼ ਦੀ ਗ੍ਰਾਮਰ ਹੈ, ਪੰਜਾਬੀ ਦੀ ਗ੍ਰਾਮਰ ਹੈ। ਸਾਡੇ ਪੋਲ ਸਟਾਰ ਦੇ ਵਿੱਚ ਹਰ ਗ੍ਰਾਮਰ ਦੇ ਜਿੰਨੇ ਟੌਪਿਕਾਂ ਦੇ ਕੁਐਸਚਨ ਆਉਣੇ ਨੇ ਉਹਨਾਂ ਦੀ ਡਿਟੇਲ ਸਟੱਡੀ ਦਿੱਤੀ ਹੋਈ, ਉਹ ਚੰਗੀ ਤਰ੍ਹਾਂ ਯਾਦ ਕਰਾ ਦਿਓ। ਉਸ ਤੋਂ ਬਾਅਦ ਬੱਚੇ ਨੂੰ ਪੈਟਰਨ ਦਿਖਾ ਦਿਓ ਵੀ ਇਹਦਾ ਜਵਾਬ ਸਵਾਲ ਇਦਾਂ ਆਏਗਾ ਬੇਟੇ, ਤੁਸੀਂ ਇਦਾਂ ਟਿਕ ਕਰਨਾ ਵਾ। ਸੋ ਇਸ ਤੋਂ ਇਹ ਨਹੀਂ ਹੈ ਕਿ ਸਾਡੇ ਪੋਸਟਰ ਵਾਲੇ ਇਕੱਲੇ ਪੜ੍ਹਾਏ ਜਾਣ। ਜਿੰਨਾ ਵੀ ਨੌਲੇਜ ਤੁਸੀਂ ਉਸ ਚੈਪਟਰ ਨਾਲ ਸੰਬੰਧਿਤ ਪੰਜਾਬ ਸਕੂਲ ਬੋਰਡ ਦੀ ਗ੍ਰਾਮਰ ਤੋਂ ਪ੍ਰੋਪਰ ਵੇ ਨਾਲ ਲੈਸਨ ਦੇ ਅੰਦਰ ਆਉਣ ਵਾਲੇ ਜਿੰਨੇ ਵੀ ਤੁਹਾਡੇ ਪੁਆਇੰਟ ਚੋਂ ਮਿਲਦੇ ਨੇ ਉਹਨਾਂ ਨੂੰ ਪ੍ਰੋਪਰ ਲਾਓ ਤੇ ਉਹਨੂੰ ਐਕਸਪਲੇਨ ਕਰੋ। ਫਿਰ MCQ ਜਿਹੜਾ ਹੈ ਕਿਸ ਤਰ੍ਹਾਂ ਦਾ ਮਰਜ਼ੀ ਆ ਜਾਏ, ਬੱਚਾ ਅਟੈਂਪਟ ਕਰ ਸਕਦਾ। ਇਸ ਤੋਂ ਬਾਅਦ ਹੈ ਜੀ ਕਵਿਤਾਵਾਂ, ਕਵਿਤਾ ਦੇ ਪਹਿਰਿਆਂ ਦੇ ਨਾਲ ਸੰਬੰਧਿਤ। ਇਹ ਵੀ ਜਿਹੜੀ ਹੈ ਬੁੱਕ ਨਾਲ ਰਿਲੇਟਡ ਹੈ। ਹਰ ਕਵਿਤਾ ਨੂੰ ਚੰਗੀ ਤਰ੍ਹਾਂ ਪੜ੍ਹਾਓ, ਉਸਦੇ ਅਰਥ ਸਮਝਾਓ, ਉਹਦੇ ਭਾਵ ਅਰਥ ਸਮਝਾਓ। ਔਰ ਕਵਿਤਾਵਾਂ ਦੇ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਨੇ, 2 ਪ੍ਰਸ਼ਨ ਬੜੇ ਇੰਪੋਰਟੈਂਟ ਨੇ। ਇਹ ਕਵਿਤਾ ਕਿਸ ਦੀ ਲਿਖੀ ਹੈ, ਹੂ ਇਜ਼ ਦਾ ਰਾਈਟਰ ਆਫ ਦਿਸ ਪੋਇਮ, ਇਹ ਕਵਿਤਾ ਕਿਸ ਦੀ ਲਿਖੀ ਹੋਈ ਹੈ। ਜਾਂ ਇਹੀ ਪ੍ਰਸ਼ਨ ਏਦਾਂ ਆ ਜਾਂਦਾ ਹੈ, ਭਾਈ ਵੀਰ ਸਿੰਘ ਨੇ ਤੁਹਾਡੀ ਪਾਠ ਪੁਸਤਕ 'ਚ ਕਿਹੜੀ ਕਵਿਤਾ ਲਿਖੀ ਹੈ। ਮਤਲਬ ਕਵੀ ਦਾ ਨਾਂ ਦੇ ਕੇ ਕਵਿਤਾ ਪੁੱਛ ਲੈਣਗੇ, ਕਵਿਤਾ ਦੇ ਕੇ ਕਵੀ ਦਾ ਨਾਂ ਪੁੱਛ ਲੈਣਗੇ। ਉਸ ਤੋਂ ਬਾਅਦ ਕਵਿਤਾ ਦੇ ਕੇਂਦਰੀ ਭਾਵ ਨਾਲ ਸੰਬੰਧਿਤ ਇੱਕ ਪ੍ਰਸ਼ਨ ਹੋਣਾ। ਆਮ ਤੌਰ ਤੇ 2 ਜਾਂ 3 ਪ੍ਰਸ਼ਨ ਨੇ ਮੈਂ ਦੇਖਿਆ ਇੰਗਲਿਸ਼ ਦੇ ਵਿੱਚ ਵੀ, 10ਵੀਂ 8ਵੀਂ 12ਵੀਂ ਸਾਰੀਆਂ ਕਲਾਸਾਂ 'ਚ 3 ਕੁਐਸਚਨ ਤੋਂ ਵੱਧ ਕੁਐਸਚਨ ਨਹੀਂ ਬਣਦੇ। ਉਹਦੇ ਵਿਸ਼ੇ ਵਸਤੂ ਨਾਲ ਵੀ ਕਈ ਵਾਰੀ ਆ ਜਾਂਦਾ, ਉਹਦੇ ਕੇਂਦਰੀ ਭਾਵ ਨਾਲ ਜ਼ਰੂਰ ਆਉਂਦਾ ਹੈ, ਕਵੀ ਦੇ ਨਾਲ ਆਉਂਦਾ, ਕਵਿਤਾ ਦੇ ਬਾਰੇ ਆਉਂਦਾ। ਜਾਂ ਕਈ ਵਾਰੀ ਜਿਹੜੀ ਹੈ ਪਾਠ ਜਿਹੜਾ ਹੈ, ਕਵਿਤਾ ਪਾਠ ਹੈ, ਉਹ ਕਵਿਤਾ ਦੀ ਕਿਸ ਧਾਰਾ ਨਾਲ, ਕੀ ਉਹ ਸੂਫੀ ਕਾਵਿ ਨਾਲ ਸੰਬੰਧਿਤ ਹੈ, ਕੀ ਉਹ ਗੁਰਮਤਿ ਕਾਵਿ ਨਾਲ ਸੰਬੰਧਿਤ ਹੈ, ਕੀ ਉਹ ਵੀਰ ਕਾਵਿ ਨਾਲ ਸੰਬੰਧਿਤ ਹੈ। ਇਦਾਂ ਦਾ ਪ੍ਰਸ਼ਨ ਵੀ ਜਿਹੜੇ ਆ ਉਹ ਪੁੱਛੇ ਜਾ ਸਕਦੇ ਆ ਕਵਿਤਾਵਾਂ ਦੇ ਨਾਲ। ਪਰ ਫਿਰ ਉਹੀ ਗੱਲ ਹੈ ਕਿ ਕਵਿਤਾ ਜਿਹੜੀ ਹੈ ਬਈ ਹਰ ਹਾਲਤ ਅੱਛੀ ਤਰੀਕੇ ਨਾਲ ਬੱਚੇ ਨੂੰ ਪੜ੍ਹਾਉਣੀ ਪਏਗੀ। ਕੰਮ ਘਟਿਆ ਨਹੀਂ, ਮਤ ਸੋਚੋ ਕੰਮ ਘਟ ਗਿਆ, ਕੰਮ ਵੱਧ ਗਿਆ ਹੈ। ਟੀਚਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਏਗੀ, ਬੱਚੇ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਏਗੀ। ਟੈਸਟ ਉਸੇ ਤਰ੍ਹਾਂ ਹੋਣਗੇ, ਯਾਦ ਉਵੇਂ ਕਰਨੇ ਪੈਣਗੇ, ਕਵਿਤਾਵਾਂ, ਪ੍ਰਸੰਗ, ਵਿਆਖਿਆ ਉਸੇ ਤਰ੍ਹਾਂ ਕਰਨੀਆਂ ਪੈਣਗੀਆਂ। ਇਸ ਤੋਂ ਬਾਅਦ ਹੈ ਜੀ ਡਿੱਠੇ ਤੇ ਅਣਡਿੱਠੇ ਪਹਿਰਿਆਂ, MCQ ਰਿਗਾਰਡਿੰਗ ਸੀਨ ਐਂਡ ਅਨਸੀਨ ਪੈਸੇਜ। ਇਹ ਬੜਾ ਸਿੰਪਲ ਕੁਐਸਚਨ ਹੈ, ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਸਭ 'ਚ ਆਉਣਾ ਵਾ। ਪਹਿਰਾ ਦਿੱਤਾ ਹੋਊਗਾ ਉਹਦੇ ਪ੍ਰਸ਼ਨ ਉੱਤਰ, ਸਭ ਤੋਂ ਸੌਖਾ ਹੈ ਪ੍ਰਸ਼ਨ। 5 ਨੰਬਰ ਦਾ ਤਕਰੀਬਨ ਪੰਜਾਬੀ 'ਚ ਵੀ ਹੈ, ਹਿੰਦੀ 'ਚ ਵੀ ਹੈ, ਅੰਗਰੇਜ਼ੀ 'ਚ ਵੀ ਹੈ, ਹਿਸਟਰੀ ਦੇ ਵਿੱਚ ਵੀ ਹੈ, ਸਾਇੰਸ ਦੇ ਵਿੱਚ ਵੀ ਹੈ। CBSE ਦੇ ਪਹਿਰੇ ਜਿਹੜੇ ਨੇ ਉਹ ਸਾਇੰਸ ਨੂੰ ਵੀ ਮੈਂ ਸਟੱਡੀ ਕੀਤਾ, ਉਹਦੇ 'ਚ ਵੀ ਹੈਗੇ। ਸੋ ਇਹਨਾਂ ਤੇ ਪ੍ਰਸ਼ਨ ਆਉਂਦੇ ਨੇ। ਇਸ ਤੋਂ ਬਾਅਦ ਹੈ ਜੀ ਇਹ ਸਾਡੇ ਪਾਰਟਿਕੂਲਰ ਨੇ 5ਵੀਂ ਤੇ 8ਵੀਂ ਤੇ 10ਵੀਂ ਦੀ ਇੰਗਲਿਸ਼ ਦੇ ਨੇ, ਪੰਜਾਬੀ 'ਚ ਵੀ ਨੇ, ਹਿੰਦੀ 'ਚ ਵੀ ਨੇ। ਪਿਕਚਰ ਬੇਸਡ, ਪੋਸਟਰ ਬੇਸਡ MCQs। ਪਿਕਚਰ ਦਿੱਤੀ ਹੋਏਗੀ, ਉਹਦੇ ਤੇ ਥੱਲੇ ਕੁਐਸਚਨ ਜਿਹੜੇ ਆ। ਇਹ ਪਿਕਚਰ ਜਿਹੜੀਆਂ ਨੇ, ਪੋਸਟਰ ਜਿਹੜੇ ਹੈਗੇ ਨੇ, ਤੁਹਾਡੀ ਕਿਤਾਬ ਦੇ ਵਿੱਚੋਂ ਵੀ ਹੋ ਸਕਦੇ ਆ। 5ਵੀਂ ਨੂੰ ਜ਼ਿਆਦਾ ਜਿਹੜੇ ਨੇ ਉਹ ਪਿਕਚਰ ਜਿਹੜੀ ਆ ਕਿਤਾਬ 'ਚ ਹੁੰਦੀ ਆ, ਉਹਦੇ ਤੋਂ ਹੀ ਦੇ ਕੇ ਕੁਐਸਚਨ ਪੁੱਛ ਲੈਂਦੇ ਨੇ। ਇਸ ਪਿਕਚਰ 'ਚ ਕੌਣ ਬੈਠਾ ਹੈ, ਕਿੰਨੇ ਵਿਅਕਤੀ ਹਨ, ਕੌਣ ਕੀ ਕਰ ਰਿਹਾ ਹੈ, ਲਾਈਕ ਦੈਟ।
इस तरह पोस्टर हैगे ने, उन्हां नाल संबंधित क्वेश्चन बनते ने, नोटिस है, एडवरटाइजमेंट है, डायलॉग है, ट्रांस, हाँ ये जिहड़ी चीज़ां ने ते चारे पंजे इन्हां नूं जिस तरह मैं दस्सिया भी टीचर नूं समझाउणा चाहीदा कि तुसीं अगर नोटिस लिखदे हो ਉਹਦੇ 'ਚ ਕਿਹੜੀਆਂ-ਕਿਹੜੀਆਂ ਗੱਲਾਂ ਹੁੰਦੀਆਂ ਨੇ, एडवरटाइजमेंट लिखदे हो ਤਾਂ ਕਿਹੜੀਆਂ-ਕਿਹੜੀਆਂ ਗੱਲਾਂ ਹੁੰਦੀਆਂ ਨੇ, ਉਹਨਾਂ ਦੇ ਆਧਾਰ ਤੇ ਪ੍ਰਸ਼ਨ ਬਣ ਜਾਂਦੇ। ਉਹ एडवरटाइजमेंट है ਉਹ 'ਚ ਹੈਗਾ ਵਾ ਯੂਨੀਵਰਸਿਟੀ ਮੇਲਾ ਇੰਨੀ ਤਰੀਕ ਤੱਕ ਇੰਨੀ ਇੰਨੇ ਤੋਂ ਇੰਨੇ ਵਜੇ, ਠੀਕ ਹੈ ਜੀ, ਇੱਕ ਐਡਵਰटाइजमेंट ਦਿੱਤੀ ਹੋਈ ਹੈ ਤਾਂ ਤੁਸੀਂ ਉੱਤੇ ਕੁਐਸਚਨ ਆ ਜਾਏਗਾ उसकी एंट्री टिकट की है, फ्री है, इन्ने पैसे ਤੁਹਾਨੂੰ ਪ੍ਰਸ਼ਨ ਇਹ ਪੁੱਛਿਆ ਜਾ ਸਕਦਾ ਹੈਗਾ ਕਿ किस डेट ਨੂੰ ਜਿਹੜਾ ਹੈ ਯੂਨੀਵਰਸਿਟੀ ਮੇਲਾ ਲੱਗੇਗਾ, ਥੱਲੇ 3 ਆਪਸ਼ਨਾਂ 4 ਆਪਸ਼ਨਾਂ ਹੋਣਗੀਆਂ। ਇਸੇ ਤਰ੍ਹਾਂ ਡਾਇਲੌਗ ਬੇਸਡ ਕੌਣ ਬੋਲ ਰਿਹਾ, ਕਿਹਦੇ ਨਾਲ ਬੋਲ ਰਿਹਾ ਵਾ, ਕਿਸ ਚੀਜ਼ ਗੱਲ ਬਾਰੇ ਕਰ ਰਿਹਾ, ਇਹ ਕੁਐਸਚਨ, ਇਹ ਇੱਕ ਦੋ ਕੁਐਸਚਨ ਜਿਹੜੇ ਆ ਤੁਸੀਂ ਜ਼ਰੂਰ ਪ੍ਰੈਕਟਿਸ ਕਰਾਉਣੇ ਆ। ਜਿੰਨਾ ਚਿਰ ਬੋਰਡ ਸਾਨੂੰ ਸੈਂਪਲ ਨਹੀਂ ਦਿੰਦਾ ਤਾਂ ਇਹ ਪ੍ਰਸ਼ਨਾਂ ਦੀ ਤਿਆਰੀ ਕਰਵਾਓ, ਇਹ ਪੱਕੇ ਆਉਣਗੇ। ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਬੋਲ ਸਟਾਰ ਦੇ ਵਿੱਚ 5-5 6-6 ਪੈਰੇ ਪਾ ਕੇ ਪਿਕਚਰ ਦੇ, ਪੋਸਟਰ ਦੇ, ਨੋਟਿਸ ਦੇ, ਐਡਵਰਟਾਈਜ਼ਮੈਂਟ ਦੇ, ਡਾਇਲੌਗ ਦੇ, ਇਹ ਬਕਾਇਦਾ 5-5 6-6 ਪੈਰੇ ਪਾ ਕੇ ਕੁਐਸਚਨ ਪਾ ਕੇ ਉਹਨਾਂ ਦੇ ਕੁਐਸਚਨ ਜਿਹੜੇ ਆ ਉਹ ਓਨਲੀ ਫਾਰ ਪ੍ਰੈਕਟਿਸ, ਦੈਟ ਇਜ਼ ਨਾਟ ਗੈਸ। ਮੈਂ ਅਗੇਨ ਕਹਿਣਾ ਤੁਸੀਂ 1000 ਕੁਐਸਚਨ ਲੈ ਲਓ ਮੇਰੇ ਤੋਂ, ਪਰ ਪੇਪਰ ਦੇ ਵਿੱਚ 1001ਵਾਂ ਵੀ ਪ੍ਰਸ਼ਨ ਆ ਸਕਦਾ ਵਾ। ਬੱਚਾ ਕਰੂਗਾ ਤਾਂ, ਅਗਰ ਤੁਸੀਂ ਰੱਟਾ ਮਾਰ ਕੇ ਯਾਦ ਕਰਾਏ ਹੋਏ ਨੇ ਤਾਂ ਬੱਚਾ ਨਹੀਂ ਪਾਸ ਹੋਏਗਾ। ਬੱਚੇ ਨੂੰ ਨੌਲੇਜ ਹੋਣਾ ਚਾਹੀਦਾ ਕਿ ਜਿਹੜਾ ਚੈਪਟਰ ਹੈ, ਜਿਹੜਾ ਸਿਲੇਬਸ ਦੀ ਆਈਟਮ ਹੈ, ਚਾਹੇ ਉਹ ਐਸੇ ਹੈ, ਚਾਹੇ ਪ੍ਰੈਸੀ ਹੈ, ਚਾਹੇ ਲੈਟਰ ਹੈ, ਚਾਹੇ ਗ੍ਰਾਮਰ ਹੈ, ਉਸ ਨੂੰ ਉਹਦਾ ਨੌਲੇਜ ਹੋਣਾ ਚਾਹੀਦਾ। ਇਸ ਤੋਂ ਬਾਅਦ ਹੈ ਜੀ ट्रांसलेशन एंड रीट्रांसलेशन बेस्ड एमसीक्यूज। बड़ी सिंपल जी गल है, ट्रांसलेशन है ये आप अगे भी आती है, एक सेंटेंस दिता हुंदा ਉਹਦੇ 4 थले ਜਿਹੜੇ है, चाहे अंग्रेजी तो पंजाबी है, चाहे पंजाबी तो अंग्रेजी है, एक ऑप्शन ठीक होएगी ते 3 ऑप्शन गलत। ये अपनी ट्रांसलेशन रीट्रांसलेशन 8वीं च भी है, 10वीं च भी है, ये ट्रांसलेशन 12वीं च भी है। ये सिंपल है, ये बच्चे कर लैणगे। लेकिन फिर वही गल है कि रट्टे मार के कोई प्रश्न नहीं होने, बच्चे नूं टेंस होने चाहिए, बच्चे नूं ट्रांसलेशन होनी चाहिए, बच्चे की वोकैबुलरी ठीक होनी चाहिए, ओनली देन स्टूडेंट अंडरस्टैंड कर सकेगा। वैसे ये ट्रांसलेशन रीट्रांसलेशन पहला नालों औखी होगी, क्योंकि पहला बच्चे ने याद किया हुंदा सी, रट्टा मारिया हुंदा सी, ट्रांसलेशन बना के उहदी बना दिंदा सी। हुण जदों 4 सेंटेंस इक्को जिहे आउणगे ना, बच्चा कन्फ्यूज हुंदा भी आ वा के आ वा के आ वा, वही कर पाएगा जिसनों बेसिक कॉन्सैप्ट ऑफ द सेंटेंस, बेसिक कॉन्सैप्ट ऑफ टेंसेस और बेसिक कॉन्सैप्ट जिहड़ा है ट्रांसलेशन का पता होगा, वही कर पाऊगा। क्योंकि 4 ऑप्शन उन्होंने कन्फ्यूज कर देंगे, कई बार बच्चा ऑप्शन करके गलत नूं भी टिक कर सकता। सो इस करके पढ़ाना बहुत जरूरी है। सो ये सर जी, जगदेव सर जी, तुसीं नोट किया भी मैं 2 सबजैक्ट जिहड़े ने वो आपां डिस्कस कर लेने जी। एक आपां डिस्कस किया है सोशल विषयां दा ते एक लैंग्वेजेस दा। जी। इस नाल आपां ये मान के चलो भी 4 विषय अपने हो गए ने, 3 हिंदी, पंजाबी, अंग्रेजी और सोशल स्टडी हो गए ने। 12वीं के सारे हो गए ने, समझ लो इकोनॉमिक्स है, सोशियोलॉजी है, सारे आ गए। इस तो बाद है जी साइंस विषय नाल एमसीक्यू। ਹੁਣ ਸਾਇੰਸ ਵਿਸ਼ੇ ਨਾਲ ਐਮਸੀਕਿਊ ਜਿਹੜੇ ਮੈਂ ਦੇਖੇ ਨੇ, ਸੀਬੀਐਸਈ ਨੂੰ ਯਾਦਰ ਬੋਰਡ ਦੇ ਪੇਪਰ ਦੇਖੇ ਨੇ, ਉਹਨਾਂ ਨੂੰ ਸਟੱਡੀ ਕੀਤਾ, ਜਾਂ ਆਪਣੇ ਬੋਰਡ ਨੇ ਜੋ ਕੁਝ ਵੀ ਆਪਾਂ ਨੂੰ ਪਾਇਆ ਜਾਂ ਕੁਝ ਵੀ ਮਟੀਰੀਅਲ ਮਿਲਿਆ ਵਾ ਉੱਥੋਂ, ਜਾਂ ਪੰਜਾਬ ਐਜੂਕੇਅਰ ਤੇ ਜਾਂ ਪੰਜਾਬ ਬੋਰਡ ਨੇ ਜੋ ਵੀ ਆਪਣੀ ਸਾਈਟ ਤੇ ਐਮਸੀਕਿਊ ਭੇਜੇ ਨੇ, ਅਲੱਗ-ਅਲੱਗ ਸਮੇਂ ਦੇ ਵਿੱਚ ਸਰਕਾਰੀ ਸਕੂਲਾਂ ਨੂੰ ਗੱਡੀਆਂ ਭਰ ਕੇ ਭੇਜੇ ਨੇ, ਥੱਬੇ ਭਰ ਕੇ ਭੇਜੇ ਨੇ। ਅੱਜ ਹਰ ਬੱਚੇ ਕੋਲ ਕਿਤਾਬ ਹੈ, ਔਰ ਅਫਸੋਸ ਹੈ ਕਿ ਸਾਨੂੰ ਉਹ ਕਿਤਾਬ ਮੁੱਲ भी नहीं मिलती। अज किसी सज्जन का फोन मेरा ख्याल नवां शहर तो आया सी, वो कहने लगे सर जी सरकारी स्कूलों नूं किताबां मिलियां ने, मास्टर कहंदे ने इनू याद कर लो, इन्हां चों ही तुहाडा जिहड़ा पेपर आउगा। तो मैं कहा भी गल बिल्कुल ठीक है, पेपर उस सिलेबस चों आउणा वा। मैं क्या तुसी कोई अरेंज करके पढ़ा दिओ किताब, वो कहते जी मिलती नहीं जी, 25 बच्चे तो 25 को 25 ने, 26वीं तक किताब ही नहीं मिलती, बाजार चों भी नहीं मिलती है। तो बोर्ड दे पैरलल थोड़ी टीम AIG, टीम पोलसा ते ECS ने
ਉਹ ਉਪਰਾਲਾ ਕੀਤਾ ਵਾ ਜਿਹੜਾ ਬੋਰਡ ਤੁਹਾਡੇ ਨਾਲ ਵਿਤਕਰਾ ਕਰ ਰਿਹਾ ਹੈ, ਔਰ ਅਸੀਂ ਤੁਹਾਨੂੰ ਉਹ ਮਟੀਰੀਅਲ ਉਹਨਾਂ ਦੇ ਬਰਾਬਰ ਉਸ ਤੋਂ ਅੱਧੀ ਕਾਸਟ ਦੇ ਵਿੱਚ ਜਿਹੜਾ ਵਾ ਪ੍ਰੋਵਾਈਡ ਕਰ ਰਹੇ ਆ। ਇਹ ਠੀਕ ਹੈ, ਸਰਕਾਰੀ ਸਕੂਲਾਂ ਨੂੰ ਤਾਂ ਬਹੁਤ ਮਿਲਦਾ ਵਾ, ਪਰ ਸਾਨੂੰ ਉਹ ਮੁੱਲ ਵੀ ਨਹੀਂ ਦੇ ਕੇ ਰਾਜੀ। ਸੋ ਚਲੋ ਸਰਕਾਰਾਂ ਦੀਆਂ ਪਾਲਿਸੀਆਂ ਦੀਆਂ ਆਪਾਂ ਹੋਰ ਪਾਸੇ ਚੱਲ ਪਏ, ਇਹਦੀ ਗੱਲ ਕਰਨੀ ਸਰ ਜੀ। ਅੱਗੇ ਗੱਲ ਕਰਦੇ ਹਾਂ ਸਾਇੰਸ ਵਿਸ਼ੇ ਨਾਲ ਸੰਬੰਧਿਤ MCQ। ਉਹਦੇ ਚ ਸਟੈਂਡ ਅਲੋਨ MCQs ਸੱਜਣਾ ਨੂੰ ਪਤਾ ਵਾ, ਸਾਰੇ ਮਿੱਤਰ ਜਿਹੜੇ ਬੈਠੇ ਨੇ ਮੀਟਿੰਗ ਦੇ ਵਿੱਚ ਉਹ ਨੋਟ ਕਰ ਬੈਠੇ ਨੇ। ਪਹਿਲਾਂ ਹੀ ਮੈਂ ਦੱਸ ਦਿੱਤਾ ਸਟੈਂਡ ਅਲੋਨ ਇਹ ਸਿੱਧੇ ਪ੍ਰਸ਼ਨ ਨੇ ਅਮਿਤਾਭ ਬੱਚਨ ਵਾਲੇ, ਇੱਕ ਪ੍ਰਸ਼ਨ 4 ਆਪਸ਼ਨ, ਉਹਨਾਂ ਚੋਂ ਇੱਕ ਠੀਕ 3 ਗਲਤ, ਔਰ ਇਹ ਅੱਧਾ ਹਿੱਸਾ ਹੁੰਦਾ ਪੇਪਰ ਦਾ। ਅਗਰ 40 ਕੁਐਸਚਨ ਨੇ ਤਾਂ 20 ਕੁਐਸਚਨ ਤੁਹਾਨੂੰ MCQ ਇਸ ਤਰ੍ਹਾਂ ਦੇ ਮਿਲਣਗੇ, ਸਟੈਂਡ ਅਲੋਨ ਜਿਹਨਾਂ ਨੂੰ ਆਪਾਂ ਕਹਿੰਦੇ। ਨੰਬਰ 2 ਤੇ ਇੱਕ ਕਰੈਕਟ ਪੇਅਰਸ, ਇਹ ਮੈਂ ਪਹਿਲਾਂ ਡਿਸਕਸ ਪੰਜਾਬੀ ਚ ਉਹਦੇ SS ਕਰ ਬੈਠਾ ਵਾਂ। ਇਦਾਂ ਦੇ ਵੀ ਪੇਅਰ ਜੋੜੇ ਜਿਹਨੂੰ ਆਪਾਂ ਮਿਲਾਨ ਕਰੋ ਕਹਿੰਦੇ ਆ, ਉਸ ਦਾ ਰੂਪ ਜਿਹੜਾ ਹੋਊਗਾ, ਪਹਿਲਾਂ ਆਪਣੇ ਮਨ ਚ ਇਹ ਵੀ ਹੁੰਦਾ ਸੀ ਮਿਲਾਨ ਕਰੋ ਦਾ ਆਬਜੈਕਟਿਵ ਕਿਵੇਂ ਬਣ ਜੂਗਾ, MCQ ਬਣ ਗਿਆ। ਜਿਵੇਂ ਮੈਂ ਤੁਹਾਨੂੰ ਪਹਿਲਾਂ ਜਿਹੜੀ ਸੀ ਗੁਰੂਆਂ ਦੀ ਬਾਣੀ ਨਾਲ ਸੰਬੰਧਿਤ ਕੁਐਸਚਨ ਐਕਸਪਲੇਨ ਕਰਕੇ ਆਇਆ, ਏਦਾਂ ਦੇ ਪੇਅਰ ਬਣ ਸਕਦੇ ਨੇ। ਆਪਦੇ ਕੋਲੋਂ ਇੱਕ ਕੁਐਸਚਨ ਕ੍ਰੀਏਟ ਕਰੋ, ਬੱਚਿਆਂ ਨੂੰ ਸਮਝਾਓ ਵੀ ਏਦਾਂ ਵੀ ਆ ਸਕਦਾ। ਕਰੈਕਟ ਸੀਕੁਐਂਸ ਇਹ ਵੀ ਆਪਾਂ ਡਿਸਕਸ ਕਰ ਬੈਠੇ ਹਾਂ। ਅਜ਼ਰਸ਼ਨ ਹੈ, ਰੀਜ਼ਨਿੰਗ ਦੇ ਬਹੁਤ ਕੁਐਸਚਨ ਆਉਂਦੇ ਨੇ ਸਾਇੰਸ ਦੇ ਵਿੱਚ, CBSE ਨੇ ਬਹੁਤ ਕੁਐਸਚਨ ਪਾਏ ਨੇ, ਇਹ ਵੀ ਬੜਾ ਇੰਪੋਰਟੈਂਟ ਪੋਰਸ਼ਨ ਹੈ। ਇਹਦੇ ਬਾਰੇ ਆਪਾਂ ਜਗਦੇਵ ਜੀ ਪਹਿਲਾਂ ਡਿਸਕਸ ਕਰ ਬੈਠੇ ਆ ਜੀ। ਉਸ ਕੰਪਰੀਹੈਂਸ਼ਨ ਬੇਸਡ ਹੈਗਾ ਵਾ, ਉਹ ਤਾਂ ਤੁਹਾਨੂੰ ਦੱਸਿਆ ਵੀ ਕੰਪਰੀਹੈਂਸ਼ਨ ਬੇਸਡ ਤਾਂ ਪੰਜਾਬੀ 'ਚ ਵੀ ਆਉਣਾ, ਹਿੰਦੀ 'ਚ ਵੀ ਆਉਣਾ, ਸੋਸ਼ਲ ਸਟੱਡੀ 'ਚ ਵੀ ਆਉਣਾ, ਸਾਇੰਸ 'ਚ ਵੀ ਆਉਣਾ। ਤੋ ਇਹਦੀ ਤਿਆਰੀ ਜ਼ਰੂਰ ਕਰਾਓ, ਆਵੇ ਜਾਂ ਨਾ ਆਵੇ ਬੋਰਡ ਤੇ ਡਿਪੈਂਡ ਕਰਦਾ। ਕੱਲ ਨੂੰ ਉਹ ਕੰਪਰੀਹੈਂਸ਼ਨ ਬੇਸਡ ਨਾ ਪਾਵੇ, ਲੇਕਿਨ ਇਸ ਦੀ ਪ੍ਰੈਕਟਿਸ ਆਪਾਂ ਕਰਾਉਣੀ ਹੈ। ਔਰ ਕਰਾਉਣੀ ਕਿੱਥੋਂ ਆ? ਲੈਸਨ ਦੇ ਵਿੱਚੋਂ। ਜਦੋਂ ਲੈਸਨ ਦੇ ਕਿਸੇ ਵੀ ਚੈਪਟਰ ਨੂੰ, ਕਿਸੇ ਵੀ ਪਹਿਲੇ ਨੂੰ ਕੰਪਰੀਹੈਂਸ਼ਨ ਕਰਾਵਾਂਗੇ, ਬੇਸਿਕਲੀ ਉਹ ਤੁਹਾਡੀ ਤਿਆਰੀ ਹੋ ਰਹੀ ਹੈ ਬੱਚੇ ਦੀ, ਚਾਹੇ ਉਹ ਕੁਐਸਚਨ ਉਸ ਟਾਈਪ ਨਾਲ ਆਵੇ ਨਾ ਆਵੇ, ਪਰ ਬੱਚੇ ਨੂੰ ਉਹਦੇ ਅੰਦਰਲੇ ਮਟੀਰੀਅਲ ਦਾ ਗਿਆਨ ਜਿਹੜਾ ਵਾ ਉਹ ਹੋ ਰਿਹਾ ਵਾ। ਇਹ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਹੈ ਜੀ ਚੈਪਟਰ ਬੇਸਡ MCQs, ਆਪਣਾ ਕੰਪਰੀਹੈਂਸ਼ਨ ਤੋਂ ਬਾਅਦ ਅੱਗੇ ਆਪਣਾ ਮੈਥ ਵਿਸ਼ੇ ਦੀ ਗੱਲ ਕਰਦੇ ਹਾਂ, ਗਣਿਤ ਦੀ ਗੱਲ ਕਰਦੇ ਹਾਂ। ਸੋ ਗਣਿਤ ਦੇ ਵਿੱਚ ਜ਼ਿਆਦਾ ਜਿਹੜਾ ਹੈਗਾ ਉਹ ਮੈਥ ਵਾਲੇ ਜਿਹੜੇ ਟੀਚਰਸ ਨੇ ਜਾਂ ਮੈਥ ਦੇ ਨਾਲ ਸੰਬੰਧਿਤ ਪ੍ਰਿੰਸੀਪਲ ਹੈਡਸ ਬੈਠੇ ਨੇ, ਠੀਕ ਹੈ, ਤੇ ਉਹ ਬੈਠੇ ਨੇ ਜਿਹੜੇ, ਉਹ ਬੜੀ ਅੱਛੀ ਤਰ੍ਹਾਂ ਜਾਣਦੇ ਨੇ, ਉਹਨਾਂ ਨੂੰ ਬੜੀ ਜਲਦੀ ਇਸ ਗੱਲ ਦੀ ਸਮਝ ਆਏਗੀ। ਪਰ ਫਿਰ ਵੀ ਜਨਰਲ ਕੁਐਸਚਨ ਜਿਹੜੇ ਆ ਮੈਂ ਤੁਹਾਨੂੰ ਸਮਝਾ ਦਿੰਦਾ। ਪਹਿਲਾ ਹੈ ਫਾਰਮੂਲਾ ਬੇਸਡ, ਸਿੱਧੀ ਜੀ ਗੱਲ ਹੈ, ਫਾਰਮੂਲਾ ਦਿੱਤਾ ਹੋਊਗਾ, ਅਲਜਬਰਾ ਦੇ ਫਾਰਮੂਲੇ ਨੇ ਜਾਂ ਮੈਥ ਦੇ ਫਾਰਮੂਲੇ ਨੇ, ਉਹ ਫਾਰਮੂਲੇ ਜਾਂ ਸਰਵੰਗ ਸਮ ਜਿਓਮੈਟਰੀ ਦੇ ਫਾਰਮੂਲੇ ਨੇ, ਉਹ ਫਾਰਮੂਲੇ ਚੋਂ 3 ਫਾਰਮੂਲੇ ਗਲਤ ਦੇ ਕੇ ਇੱਕ ਠੀਕ ਦਿੱਤਾ ਹੋਏਗਾ, ਇਦਾਂ ਦੀ ਆਪਸ਼ਨ ਆ ਸਕਦੀ ਹੈ। ਉਸ ਤੋਂ ਬਾਅਦ ਹੈ ਕੇਸ ਬੇਸਡ MCQs। ਕੇਸ ਬੇਸਡ MCQs ਕੀ ਨੇ ਜੀ? ਕੇਸ ਬੇਸਡ ਵੀ MCQs ਜਿਹੜੇ ਹੈਗੇ ਨੇ, ਉਹ ਇੱਕ ਕਿਸਮ ਦਾ ਦਾਵਾ ਜਾਂ ਸਟੇਟਮੈਂਟ ਹੋਏਗੀ, ਔਰ ਉਸ ਨੂੰ ਹੱਲ ਕਰਕੇ ਉਹਦੀਆਂ 4 ਆਪਸ਼ਨਾਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ। ਫਾਰ ਐਗਜ਼ਾਮਪਲ ਉਹ ਪੁੱਛ ਲੈਂਦੇ ਨੇ ਕਿ ਇੱਕ ਮੇਲੇ ਦੇ ਵਿੱਚ ਇੰਨੇ ਝੂਲੇ ਲੱਗੇ ਹੋਏ ਆ, ਉਹਦੇ 'ਚ ਇੰਨੀਆਂ ਜਿਹੜੀਆਂ ਨੇ ਸੀਟ ਕਪੈਸਿਟੀ ਆ, ਇੱਕ 'ਚ 3 ਦੀ ਆ, ਇੱਕ 'ਚ 2 ਦੀ ਆ, ਤਾਂ ਮਿਨੀਮਮ ਜਿਹੜੀ LCM ਦਾ ਕੁਐਸਚਨ ਜਿਹੜਾ ਲਘੁੱਤਮ ਮਹੱਤਵ ਦਾ ਕੁਐਸਚਨ ਜਿਹੜਾ ਵਾ ਉਹ ਬਣਾ ਕੇ, ਉਹਦੀ ਸਟੇਟਮੈਂਟ ਬਣਾ ਕੇ ਉਹ ਤੁਹਾਨੂੰ ਪੁੱਛੀ ਜਾ ਸਕਦੀ ਹੈ, ਕੇਸ ਬੇਸਡ। ਇਸੇ ਤਰ੍ਹਾਂ ਅਜ਼ਰਸ਼ਨ ਹੈ, ਰੀਜ਼ਨਿੰਗ ਹੈ, ਇਹ ਉਹੀ ਹੈ 2 ਸਟੇਟਮੈਂਟਾਂ ਜਿਹਦੇ ਬਾਰੇ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਤੋ ਇਸ ਤੋਂ ਬਾਅਦ ਮੈਥ ਦੇ ਵਿੱਚ ਬੜੇ ਇੰਪੋਰਟੈਂਟ ਸਵਾਲ ਜਿਹੜੇ ਜ਼ਿਆਦਾ ਆਉਣੇ ਨੇ, ਉਹ ਚੈਪਟਰ ਬੇਸਡ MCQ ਨੇ। ਗ੍ਰਾਫ ਹੈ, ਗ੍ਰਾਫ ਦੀਆਂ ਆਪਸ਼ਨਾਂ, ਜਿਓਮੈਟਰੀ ਦੇ ਵਿੱਚ ਬਹੁਤ ਹੀ ਜਿਹੜੇ ਨੇ ਉਹ ਕੁਐਸਚਨ ਬਣਦੇ ਨੇ, ਚਾਹੇ ਉਹ ਸਰਕਲ ਨਾਲ ਹੈ, ਉਹਦੇ ਨਾਲ ਐਂਗਲਾਂ ਨਾਲ ਸੰਬੰਧਿਤ ਹੈ, ਟ੍ਰਾਇੰਗਲ ਦੇ ਐਂਗਲਾਂ ਨਾਲ ਸੰਬੰਧਿਤ ਹੈ, ਪ੍ਰੋਬੇਬਿਲਿਟੀ ਦੇ ਕੁਐਸਚਨ ਨੇ, ਸਟੈਟਿਸਟਿਕਸ ਦੇ। ਇਹ ਕੁਐਸਚਨ ਜਿਹੜੇ ਨੇ ਬੁੱਕ ਦੇ ਆਧਾਰ ਤੇ ਜਿਹੜੇ ਕੁਐਸਚਨ ਨੇ, ਉਹਨਾਂ ਤੋਂ ਅਲੱਗ-ਅਲੱਗ ਜਿਹੜੀਆਂ ਆਪਸ਼ਨਾਂ ਦੇ ਕੇ ਇੱਕ ਆਪਸ਼ਨ ਕਰੈਕਟ ਹੋ ਕੇ ਉਹ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ। ਤੋ ਇਸ ਢੰਗ ਦੇ ਨਾਲ ਆਪਾਂ 6 ਦੇ 6 ਵਿਸ਼ੇ ਜਿਹੜੇ ਨੇ ਉਹ ਆਪਾਂ ਡਿਸਕਸ ਕਰ ਲਏ ਨੇ, ਜਿਸ ਤਰ੍ਹਾਂ ਦੇ MCQs ਆਉਣੇ ਨੇ। ਪਰ ਮੈਂ ਫਿਰ ਆਪ ਜੀ ਨੂੰ ਬੇਨਤੀ ਕਰਦਾ ਵਾਂ ਕਿ ਇਹ 6 ਤੋਂ ਬਿਨਾਂ ਵੀ ਕੱਲ ਨੂੰ ਬੋਰਡ, ਜਿਹੜੇ ਬੋਰਡ ਨੇ ਅਜੇ ਤੱਕ ਪੈਟਰਨ ਨਹੀਂ ਦਿੱਤਾ, ਉਹਦੇ ਵਿੱਚ ਕੋਈ ਹੋਰ ਵੀ ਟਾਈਪ ਦਾ ਕੁਐਸਚਨ ਪੁੱਛਿਆ ਜਾ ਸਕਦਾ ਹੈ। ਬੇਦੀ ਸਾਹਿਬ ਦੀ ਗੱਲ ਹੋਈ ਸੀ ਸਰ, ਬੇਦੀ ਸਾਹਿਬ ਤੇ ਅਰੁਣ ਜੀ ਪਹਿਲਾਂ ਜੁਆਇਨ ਕਰ ਗਏ ਜੀ? ਮੈਂ ਚੈੱਕ ਕਰਦਾ, ਵੈਸੇ ਅਰੁਣ ਜੀ ਨੇ ਨਹੀਂ ਕੀਤਾ ਜੀ ਹਜੇ।
ਤੇ ਬੇਦੀ ਸਾਹਿਬ ਮੈਂ ਚੈੱਕ ਕਰਦਾ ਜੀ।